सत श्री अकाल जी। हमदर्द टीवी देखने वाले सारे दर्शकों का बहुत बहुत स्वागत है प्रोग्राम इमीग्रेशन मैटर्स में। मैं तरनजीत कौर घुमन अज ट्यूसडे लैके हाजिर लैके कैनेडियन इमीग्रेशन संबंधी ताज़ा अपडेट ਤੇ ਕੀ ਇਸ ਵਕਤ ਚੇਂजेस ਆਏ ਨੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਪ੍ਰੋਸੈਸ ਦੇ ਵਿੱਚ ਕੀ ਨਵੀਆਂ ਚੀਜ਼ਾਂ ਅਪਡੇਟ ਕੀਤੀਆਂ ਗਈਆਂ ਨੇ। ਸੋ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਤੁਹਾਡਾ ਸਵਾਲ ਹੈਗਾ ਸਿਰਫ ਅਤੇ ਸਿਰਫ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕੋਈ ਸਵਾਲ ਹੈਗਾ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਸਾਨੂੰ ਕਾਲ ਕਰ ਸਕਦੇ ਹੋ। ਪ੍ਰੋਗਰਾਮ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਇਮੀਗ੍ਰੇਸ਼ਨ ਸੰਬੰਧੀ ਲੇਟੈਸਟ ਜੋ ਅਪਡੇਟ ਆਈ ਹੈ ਉਹਦੇ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ CWC ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ। ਬਹੁਤ ਬਹੁਤ ਸਵਾਗਤ ਹੈ ਸਰ। बहुत शुक्रिया तरन ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ ਸਰ? ਵਧੀਆ ਜੀ। ਆਲਮੋਸਟ ਵੀਕ ਬਾਅਦ ਮਿਲਦੀਆਂ ਤੇ ਨਵੀਆਂ ਚੇਂजेस ਦੇਖਣ ਨੂੰ ਮਿਲਦੀਆਂ ਨੇ। ਕਾਫੀ ਆਪਾਂ ਕਹਿ ਸਕਦੇ ਹਾਂ ਉਥਲ ਪੁਥਲ ਇਹਨਾਂ ਦਿਨਾਂ ਦੇ ਵਿੱਚ ਹੋਈ ਹੈ। ਯੂਜੂਅਲੀ ਕਾਫੀ ਲੰਬੇ ਸਮੇਂ ਤੋਂ ਕੋਵਿਡ ਤੋਂ ਪਹਿਲਾਂ ਇੰਨੀ ਸ਼ਾਂਤੀ ਨਾਲ ਕੰਮ ਚੱਲ ਰਿਹਾ ਸੀ ਤੇ ਹੁਣ ਇੱਕ ਫੈਸਲਾ ਹੁੰਦਾ ਉਹਦੇ ਉੱਤੇ ਇੱਕ ਹੋਰ ਨਵਾਂ ਫੈਸਲਾ ਹੋ ਜਾਂਦਾ, ਉਹ ਤੋਂ ਬਾਅਦ ਇੱਕ ਹੋਰ ਨਵਾਂ ਫੈਸਲਾ ਹੋ ਜਾਂਦਾ ਹੈ। ਇਮੀਗ੍ਰੇਸ਼ਨ ਦਾ ਇਸ ਵਕਤ ਕਿਹੜੀ ਚੀਜ਼ ਤੁਹਾਨੂੰ ਪੇਚੀਦਾ ਲੱਗ ਰਹੀ ਹੈ ਜਿਹਦੇ ਉੱਤੇ ਇਸ ਵਕਤ ਤੁਹਾਨੂੰ ਲੱਗ ਰਿਹਾ ਕਿ ਕੋਵਿਡ ਦਾ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲਿਆ? ਜੇ ਸਭ ਤੋਂ ਵੱਧ ਅਸਰ ਜਿਹੜਾ ਦੇਖਣ ਨੂੰ ਮਿਲਿਆ ਉਹ ਸਟੂਡੈਂਟ ਵੀਜ਼ੇ ਦੇ ਉੱਤੇ ਦੇਖਣ ਨੂੰ ਮਿਲਿਆ ਜੀ। ਇਹ ਸਭ ਤੋਂ ਵੱਡਾ ਅਸਰ ਹੈਗਾ। ਦੂਜਾ ਵੱਡਾ ਅਸਰ ਜਿਹੜਾ ਉਹਨਾਂ ਲੋਕਾਂ ਦੇ ਉੱਤੇ ਦੇਖਣ ਨੂੰ ਮਿਲਿਆ ਜਿਹੜੇ ਕਿ ਪਰਮਨੈਂਟ ਰੈਜ਼ੀਡੈਂਸ ਐਪਲੀਕੇਸ਼ਨਸ ਕੀਤੀਆਂ ਹੋਈਆਂ ਸੀਗੀਆਂ ਤੇ ਉਹ ਵਿੱਚ ਦੀ ਪ੍ਰੋਸੈਸਿੰਗ ਹੈ ਜਿਹੜੀ ਉਹ ਰੁਕ ਗਈ। ਇੱਕ ਉਹ ਬਹੁਤ ਵੱਡਾ ਅਸਰ ਹੈ ਉਹਨਾਂ ਦੋਵੇਂ ਸੈਗਮੈਂਟਸ ਦੇ ਉੱਤੇ ਨੂੰ ਮਿਲਿਆ। ਜਾਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ 18 ਮਾਰਚ ਤੋਂ ਬਾਅਦ ਵੀਜ਼ੇ ਮਿਲੇ ਆ ਪਰ ਹਾਲੇ ਉੱਥੇ ਉਹਨਾਂ ਦਾ ਕੋਈ ਰਾਹ ਨਹੀਂ ਬਣ ਰਿਹਾ ਕਿ ਉਹ ਕਿਵੇਂ ਇੱਥੇ ਪਹੁੰਚਣ। ਜੀ ਬਿਲਕੁਲ। ਸਟੂਡੈਂਟਸ ਦੀ ਗੱਲ ਕਰ ਰਹੇ ਹਾਂ, ਸਟੂਡੈਂਟਸ ਦੇ ਬਾਰੇ ਕੋਈ ਅਪਡੇਸ਼ਨ ਹੋਵੇ ਕਿਉਂਕਿ ਅਸੀਂ ਦੇਖਦੇ ਹਾਂ ਕਿ ਹਰ ਵਾਰੀ ਕੋਈ ਨਾ ਕੋਈ ਸਰਕਾਰ ਉਹਨਾਂ ਨੂੰ ਸੁਖਾਲਾ ਕਰਨ ਲਈ ਉਹਨਾਂ ਦੇ ਜੋ ਪੈਨਿਕ ਹੋ ਰਹੇ ਨੇ ਉਹਨੂੰ ਘੱਟ ਕਰਨ ਲਈ ਕੋਈ ਨਾ ਕੋਈ ਨਵਾਂ ਸਿਸਟਮ ਜ਼ਰੂਰ ਲਾਂਚ ਕਰਦੀ ਹੈ। ਇਸ ਵਾਰੀ ਕੋਈ ਨਵੀਂ ਅਪਡੇਸ਼ਨ ਹੋਵੇ? ਬਿਲਕੁਲ ਤਰਨ, ਜਿਹੜਾ ਹੁਣ 2 ਸਟੈਪ ਪ੍ਰੋਸੀਜਰ ਹੈ ਜਿਹੜਾ ਉਹ ਸਟੂਡੈਂਟ ਵੀਜ਼ੇ ਲਈ ਸਰਕਾਰ ਨੇ ਇਸ਼ੂ ਕੀਤਾ ਕਿਉਂਕਿ ਇਸ ਸਮੇਂ ਦੇ ਵਿੱਚ ਆਪਾਂ ਨੂੰ ਪਤਾ ਕਿ ਕਈ ਲੋਕਾਂ ਕੋਲ ਜਿਹੜੇ ਡਾਕੂਮੈਂਟੇਸ਼ਨ ਹੈ ਕਾਗਜ਼ ਪੱਤਰ ਹੈ ਉਹ ਪੂਰੇ ਨਹੀਂ ਹੁੰਦੇ ਹੈਗੇ ਆ ਤੇ ਜੇ ਉਹ ਕਾਗਜ਼ ਪੱਤਰ ਪੂਰੇ ਨਹੀਂ ਹੈਗੇ ਤੇ ਫਿਰ ਉਹ ਐਪਲੀਕੇਸ਼ਨ ਕਿਵੇਂ ਫਾਈਲ ਕਰਨ। ਤੇ ਇਹਦੇ ਨਾਲ ਜਿਹੜੀ ਐਡਮਿਸ਼ਨ ਰੇਟ ਹੈਗਾ ਯੂਨੀਵਰਸਿਟੀਜ਼ ਕਾਲਜਸ ਸਕੂਲਸ ਦੇ ਵਿੱਚ ਉਹ ਅਚਾਨਕ ਬਹੁਤ ਥੱਲੇ ਆ ਗਿਆ ਹੈਗਾ ਕਿਉਂਕਿ ਆਨਲਾਈਨ ਪੜ੍ਹਾਈ ਹੈ ਤੇ ਦੂਜੀ ਜਿੰਨਾ ਚਿਰ ਤੁਹਾਡੇ ਕੋਲ ਪਰਮਿਟ ਨਹੀਂ ਉਹਨਾਂ ਚਿਰ ਤੁਸੀਂ ਪੜ੍ਹ ਨਹੀਂ ਸਕਦੇ। ਜੇ ਪੜ੍ਹ ਨਹੀਂ ਸਕਦੇ ਤੇ ਉਹਨਾਂ ਚਿਰ ਤੁਹਾਨੂੰ ਕੋਈ ਉਹਦਾ ਬੈਨੀਫਿਟ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਚ ਨਹੀਂ ਮਿਲਦਾ। ਸੋ ਇਸੇ ਚੀਜ਼ ਨੂੰ ਧਿਆਨ 'ਚ ਰੱਖ ਕੇ ਕਿ ਕਾਗਜ਼ ਲੋਕਾਂ ਕੋਲੇ ਪੂਰੇ ਨਹੀਂ ਹੈਗੇ ਉਹ ਆਪਣੀ ਪੜ੍ਹਾਈ ਕਿਵੇਂ ਸ਼ੁਰੂ ਕਰਨ। ਤੇ ਦੂਜਾ ਜੇ ਹੁਣ ਐਤਕੀ ਜਿਹੜਾ ਫਾਲ ਸੈਸ਼ਨ ਹੈ ਉਹਦੇ 'ਚ ਐਡਮਿਸ਼ਨ ਨਾ ਹੋਈ ਤੇ ਯੂਨੀਵਰਸਿਟੀਜ਼ ਕਾਲਜਸ ਨੂੰ ਵੀ ਜਿੰਨਾ ਫਾਈਨੈਂਸ਼ੀਅਲ ਬੈਨੀਫਿਟ ਮਿਲਣਾ ਸੀਗਾ ਸਟੂਡੈਂਟਸ ਦੀਆਂ ਇੰਟਰਨੈਸ਼ਨਲ ਸਟੂਡੈਂਟ ਦੀਆਂ ਫੀਸ ਤੋਂ ਉਹ ਵੀ ਨਹੀਂ ਮਿਲੂਗਾ। ਸੋ 2 ਸਟੈਪ ਪ੍ਰੋਸੀਜਰ ਕੀ ਹੈਗਾ? ਸਭ ਤੋਂ ਪਹਿਲਾ ਸਟੈਪ ਇਹਦੇ ਵਿੱਚ ਹੈਗਾ ਕਿ ਤੁਸੀਂ ਯੂਨੀਵਰਸਿਟੀ ਕਾਲਜ ਦੇ ਵਿੱਚੋਂ ਜਿਹੜਾ ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਸ਼ਨ ਹੈ ਉਹ 'ਚ ਐਡਮਿਸ਼ਨ ਸਭ ਤੋਂ ਪਹਿਲਾਂ ਸਿਕਿਉਰ ਕਰਨੀ ਹੈ ਜੀ ਤੁਸੀਂ। ਤੇ ਦੂਜਾ ਤੁਸੀਂ ਇਹ ਪ੍ਰੂਵ ਕਰਨਾ ਹੈ ਕਿ ਤੁਹਾਡੇ ਕੋਲ ਇਨਫ ਫਾਈਨੈਂਸ਼ੀਅਲ ਰਿਸੋਰਸਿਸ ਹੈਗੇ ਆ ਜਿਹਦੇ ਨਾਲ ਤੁਸੀਂ ਉਹ ਆਪਣੀ ਪੜ੍ਹਾਈ ਕਰ ਸਕਦੇ ਹੋ। ਸੋ ਟੈਕਨੀਕਲੀ ਇਹ ਸੈਕਸ਼ਨ 219 ਦੀਆਂ ਰਿਕੁਆਇਰਮੈਂਟ ਪੂਰੀਆਂ ਕਰਨ ਦੇ ਬਰਾਬਰ ਹੈ। ਸੈਕਸ਼ਨ 219 ਹੈ ਜਿਹੜਾ ਉਹ ਕਹਿੰਦਾ ਹੈਗਾ ਕਿ ਜਿਹੜਾ ਸਟੂਡੈਂਟ ਹੈਗਾ ਉਹਨੂੰ ਵੀਜ਼ਾ ਤਾਂ ਦਿੱਤਾ ਜਾਵੇ ਸਟੱਡੀ ਵੀਜ਼ਾ ਜੇ ਉਹਦੇ ਕੋਲ ਐਡਮਿਸ਼ਨ ਹੈਗੀ ਹੈ ਫੁੱਲ ਟਾਈਮ ਪੜ੍ਹਨ ਲਈ ਤੇ ਦੂਜੇ ਉਹਦੇ ਕੋਲ ਇਨਫ ਫਾਈਨੈਂਸ਼ੀਅਲ ਰਿਸੋਰਸਿਸ ਨੇ ਵਿਦਆਊਟ ਵਰਕਿੰਗ ਇਨ ਕੈਨੇਡਾ ਕਿ ਉਹਨਾਂ ਨੂੰ ਪੂਰਾ ਕਰ ਸਕਦਾ ਹੈ। ਸੋ ਉਹਦਾ ਜਿਹੜਾ ਆਮ ਤੌਰ 'ਤੇ ਕ੍ਰਾਈਟੀਰੀਆ ਰੱਖਿਆ ਜਾਂਦਾ ਹੈਗਾ ਉਹ ਕਿ ਸਾਲ ਦੀ ਤੁਹਾਡੇ ਕੋਲ ਫੀ ਹੋਣੀ ਚਾਹੀਦੀ ਹੈ ਤੇ ਦੂਜਾ ਇਹਦੇ ਨਾਲ ਘੱਟੋ ਘੱਟ $10,000 ਹੋਣੇ ਚਾਹੀਦੇ। ਸੋ ਜੇ ਐਡਮਿਸ਼ਨ ਹੈਗੀ ਹੈ ਤੇ ਤੁਹਾਡੇ ਕੋਲ ਫਾਈਨੈਂਸ਼ੀਅਲ ਰਿਸੋਰਸਿਸ ਨੇ ਤਾਂ ਤੁਹਾਨੂੰ ਅਪਰੂਵਲ ਇਨ ਪ੍ਰਿੰਸੀਪਲ ਹੈ ਜਿਹੜੀ ਉਹ ਮਿਲ ਜੂਗੀ ਜੀ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ, ਪਹਿਲਾਂ ਉਹਨਾਂ ਨਾਲ ਗੱਲ ਕਰ ਲਈਏ। ਹੈਲੋ हाय, सत श्री अकाल। मैं गुरप्रीत खेरा जी से एक क्वेश्चन करना चाहता हूँ। जी सर, कहाँ से बोल रहे हैं सर आप? जी मैं पाकिस्तान से बात कर रहा हूँ जी। जी सर, जी क्या पूछना चाहते हैं आप बताइए। मैं ये पूछना चाह रहा था कि मेरी वाइफ का जो है वो LMIA अप्रूव होके आ गया है तो उसके विजिटर वीजा जो है वो वहाँ विजिटर वीजा पे है और उसका जो विजिटर वीजा है वो विद इन 1 मंथ जो है वो एक्सपायर हो रहा है। तो हमें उनकी पहले विजिटर वीजा एक्सटेंशन अप्लाई करनी पड़ेगी और फिर वर्क परमिट को कैसे इसको प्रोसेस करना पड़ेगा? ये वाइल अगर हम विजिटर वीजा एक्सटेंशन फाइल कर देते हैं तो वो फाइल करने के बाद हम वर्क परमिट की एप्लीकेशन भी ऑनलाइन उसके बाद लगा सकते हैं। ਕਿਹੜੇ ਪ੍ਰੋਵਿੰਸ 'ਚ ਹੈਗੇ ਨੇ ਤੁਹਾਡੇ ਵਾਈਫ ਕੈਨੇਡਾ 'ਚ? ਓਨਟਾਰੀਓ में। ਓਨਟਾਰੀਓ 'ਚ ਹੈਗੇ ਨੇ ਜੀ। ਓਨਟਾਰੀਓ ਦੇ ਉੱਤੇ ਜਿਹੜਾ ਜੇ ਉਹਨਾਂ ਦਾ ਆਪਾਂ ਟੀਵੀ ਸਕਰੀਨ ਤੇ ਬਿਲਕੁਲ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ।
LMI ਮਨਜ਼ੂਰ ਹੋ ਚੁੱਕਿਆ ਹੈ, ਜਿਵੇਂ ਆਪਾਂ ਤਰਨ ਪਿਛਲੇ ਪ੍ਰੋਗਰਾਮ 'ਚ ਦੱਸਿਆ ਸੀਗਾ ਕਿ ਫੋਰਟ ਈਰੀ ਕ੍ਰਾਸਿੰਗ, ਨਿਆਗਰਾ ਫਾਲਸ ਕ੍ਰਾਸਿੰਗ ਤੇ ਇਹਦੇ ਨਾਲ ਜਿਹੜੀ ਕੁਇਨਸਟਨ ਕ੍ਰਾਸਿੰਗ ਹੈਗੀ ਓਨਟਾਰੀਓ ਦੇ ਵਿੱਚੋਂ, ਇਹ ਤਿੰਨੇ ਕ੍ਰਾਸਿਸ ਤੋਂ ਮੰਗਲਵਾਰ, ਬੁੱਧਵਾਰ ਤੇ ਵੀਰਵਾਰ 8 ਵਜੇ ਤੋਂ ਲੈ ਕੇ ਰਾਤ ਨੂੰ 12 ਵਜੇ ਤੱਕ ਤੁਸੀਂ ਬਾਰਡਰ ਤੇ ਜਾ ਕੇ ਆਪਦਾ ਵਰਕ ਪਰਮਿਟ ਹੈ ਜਿਹੜਾ ਉਹ ਲੈ ਸਕਦੇ ਹੈਗੇ ਹੋ। ਹੁਣ ਇਹਨਾਂ ਦੇ ਨਾਲ ਜਿਹੜਾ ਹੈ ਕਿਸੇ ਉਹਨਾਂ ਵਿਜ਼ਿਟਰ ਪਰਮਿਟ ਹੈ ਜਿਹੜਾ ਮਹੀਨੇ 'ਚ ਐਕਸਪਾਇਰ ਹੋ ਰਿਹਾ ਹੈਗਾ, ਉਹ ਤੋਂ ਪਹਿਲਾਂ ਉਹ ਕਦੇ ਵੀ ਜਾ ਕੇ ਜਿਹੜਾ ਅਪਲਾਈ ਕਰ ਸਕਦੇ ਨੇ। ਤੇ ਦੂਜਾ, ਜੇ ਉਹਨਾਂ ਨੇ ਵਿਜ਼ਿਟਰ ਐਕਸਟੈਂਸ਼ਨ ਅਪਲਾਈ ਕਰਤਾ, ਫਿਰ ਜਦੋਂ ਤੱਕ ਵਿਜ਼ਿਟਰ ਐਕਸਟੈਂਸ਼ਨ ਨਹੀਂ ਆ ਜਾਂਦਾ ਉਦੋਂ ਤੱਕ ਉਹ ਐਪਲੀਕੇਸ਼ਨ ਨਹੀਂ ਕਰ ਸਕਦੇ। ਤੇ ਦੂਜਾ, ਇਹਦੇ ਨਾਲ ਜੇ ਕੋਈ ਵਿਜ਼ਿਟਰ ਕੈਨੇਡਾ 'ਚ ਆਇਆ, ਉਹ ਆਨਲਾਈਨ ਵਰਕ ਪਰਮਿਟ ਲਈ ਐਪਲੀਕੇਸ਼ਨ ਨਹੀਂ ਕਰ ਸਕਦਾ ਹੈਗਾ ਜੀ ਬਿਲਕੁਲ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਮੈਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਇੰਡੀਆ ਤੋਂ ਗੱਲ ਕਰ ਰਿਹਾ ਮੈਮ ਜੀ ਸਰ, ਦੱਸੋ ਕੀ ਪੁੱਛਣਾ ਤੁਸੀਂ? ਸਰ ਨੂੰ ਪੁੱਛਣਾ ਸੀਗਾ ਜੀ ਵੀ ਕੇਅਰ ਗਿਵਰ ਪ੍ਰੋਗਰਾਮ ਜਿਹੜਾ ਚੱਲ ਰਿਹਾ ਵੀ 18 ਜੂਨ ਤੱਕ 2750 ਐਪਲੀਕੇਸ਼ਨ ਫੁੱਲ ਹੋ ਗਈਆਂ ਨੇ ਜੀ। ਜੀ ਆਪਾਂ ਟੀਵੀ ਤੇ ਜਵਾਬ ਜੀ, ਤੁਸੀਂ ਟੀਵੀ ਸਕਰੀਨ ਤੋਂ ਤੁਹਾਡਾ ਕੋਈ ਹੋਰ ਸਵਾਲ ਤਾਂ ਨਹੀਂ, ਸਿਰਫ ਇਹੀ ਹੈ ਸਰ? ਓਕੇ ਮੈਮ, ਇਦਾਂ ਸੀਗਾ ਵੀ ਸਾਡੀ ਫਾਈਲ ਜਿਹੜੀ ਫੈਬਰਵਰੀ ਦੇ ਵਿੱਚ ਕੰਪਲੀਟ ਹੋ ਗਈ ਸੀ ਤੇ ਉਹਦਾ ਪਤਾ ਕਰਨਾ ਸੀ ਵੀ ਨੈਕਸਟ ਆਪਸ਼ਨ ਚਾਹ ਜੂਗੀ ਜੀ। ਜੀ ਤੁਸੀਂ ਕੰਪਲੀਟ ਹੋਣ ਦਾ ਕੀ ਮਤਲਬ ਹੈਗਾ ਜੀ ਆਪ ਜੀ ਦਾ, ਜੇ ਤੁਸੀਂ ਕਹਿੰਦੇ ਹੋ ਕਿ ਕੰਪਲੀਟ ਸਬਮਿਟ ਹੋ ਗਈ ਸੀ ਸਰ? ਹਾਂਜੀ, ਡਬਲਯੂਸੀ ਦੇ ਆਫਿਸ ਤੋਂ ਬ੍ਰੈਂਪਟਨ ਤੋਂ ਸਰ ਸਬਮਿਟ ਹੋ ਗਈ ਸੀ। ਸੋ ਦਾਖਲ ਹੋ ਚੁੱਕੀ ਹੈ ਜੀ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਪਹਿਲਾਂ ਤਾਂ ਜਿਹੜੀਆਂ ਪਿਛਲੇ ਸਾਲ ਦੀਆਂ 2750 ਐਪਲੀਕੇਸ਼ਨ ਸੀ ਉਹ ਪੂਰੀਆਂ ਹੀ ਨਹੀਂ ਹੋਈਆਂ ਜੀ। ਪਿਛਲੇ ਸਾਲ ਉਹ ਕੋਟਾ ਪੂਰਾ ਨਹੀਂ ਹੋਇਆ। ਤੇ ਦੂਜੀਆਂ ਜਿਹੜੀਆਂ ਅਰਜ਼ੀਆਂ ਦਾਖਲ ਹੋ ਚੁੱਕੀਆਂ ਹੈਗੀਆਂ ਨੇ, ਉਹਨਾਂ ਦੀ ਐਕਨੋਲੇਜਮੈਂਟ ਐਟਲੀਸਟ 5 to 6 months ਲੇਟ ਹੈਗੀ ਹੈ ਕੋਵਿਡ ਸਿਚੁਏਸ਼ਨ ਕਰਕੇ। ਸੋ ਜੋ ਫੈਬਰਰੀ 'ਚ ਆਈ ਹੈ, ਸੋ ਪ੍ਰੋਬੇਬਲੀ ਉਹ ਅਕਤੂਬਰ ਨਵੰਬਰ ਦੇ ਨੇੜੇ ਤੇੜੇ ਕਿਤੇ ਜਾ ਕੇ ਉਹਦੀ ਐਕਨੋਲੇਜਮੈਂਟ ਆਉਣੀ ਚਾਹੀਦੀ ਹੈ। ਤੇ ਜਿਹੜਾ ਨਵਾਂ ਕੋਟਾ ਹੈਗਾ ਉਹ ਐਤਕੀ 19 ਜੂਨ ਤੋਂ ਫਿਰ ਸ਼ੁਰੂ ਹੋ ਗਿਆ ਤੇ ਐਤਕੀ ਵੀ ਮੈਨੂੰ ਆਸ ਨਹੀਂ ਹੈਗੀ ਹੈ ਕਿ ਉਹ ਕੋਟਾ ਫਿਰ ਪੂਰਾ ਹੋ ਜਾਊਗਾ। ਬਿਲਕੁਲ ਜੀ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਕਿੱਥੋਂ ਬੋਲ ਰਹੇ ਹੋ ਜੀ? ਮੈਂ ਬੱਚੇ ਤੋਂ ਬਰਫਟਰ ਤੋਂ ਬੋਲ ਰਹੀ ਹਾਂ। ਮੈਂ ਪੁੱਛਣਾ ਸੀ ਜਿਹੜਾ ਗ੍ਰੈਂਡ ਪੇਰੈਂਟਸ ਨੇ ਆਪਣੇ ਉੱਥੋਂ ਸੱਦਣ ਦਾ ਕਹਿ ਰਹੇ ਮੀਡੀਆ ਤੋਂ, ਉਹ ਇੱਥੇ ਆ ਕੇ ਮਤਲਬ ਪੱਕੇ ਨੇ ਕਿ ਜਾਂ ਕੱਚੇ ਨੇ? ਜੇ ਇੱਥੇ ਰਹਿ ਕੇ ਆਪਾਂ ਅਪਲਾਈ ਕਰ ਸਕਦੇ ਹਾਂ ਉਹਨਾਂ ਦੇ ਪੱਕੇ ਹੋਣ ਵਾਸਤੇ? ਤੁਸੀਂ ਪੁੱਛਣਾ ਚਾਹੁੰਦੇ ਹੋ ਜੀ ਗ੍ਰੈਂਡ ਪੇਰੈਂਟਸ ਦਾ ਕੈਨੇਡਾ ਵਿੱਚ ਆ ਕੇ PR ਲਈ ਅਪਲਾਈ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ? ਨਹੀਂ, ਗ੍ਰੈਂਡ ਡਾਟਰ ਤੇ ਸੱਦਣਾ ਸੀਗਾ ਅਸੀਂ। ਗ੍ਰੈਂਡ ਡਾਟਰ ਦੀ ਕਿੰਨੀ ਉਮਰ ਹੈ ਜੀ? ਉਹਦੀ ਹੈਗੀ ਹੈ ਜੀ 11। ਤੇ ਉਹਦੇ ਪੈਰੈਂਟਸ ਅਲਾਈਵ ਹੈਗੇ ਨੇ? ਪੈਰੈਂਟਸ ਦੋਵੇਂ ਜਿਉਂਦੇ ਹੈਗੇ ਉਹਦੇ? ਹਾਂਜੀ, ਪੈਰੈਂਟਸ ਉੱਥੇ ਨੇ। ਮੈਂ ਗ੍ਰੈਂਡ ਮਾਂ ਆ ਰਹੀ ਹਾਂ। ਹਾਂਜੀ, ਮੈਂ ਉਹਨੂੰ ਬੁਲਾਉਣਾ ਚਾਹੁੰਦੀ ਹਾਂ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਤਰਨ, ਜਿਹੜਾ ਜੇ ਕੋਈ ਗ੍ਰੈਂਡ ਪੈਰੈਂਟ ਆਪਣੇ ਗ੍ਰੈਂਡ ਚਾਈਲਡ ਨੂੰ ਬੁਲਾਉਣਾ ਚਾਹੁੰਦਾ, ਉਹ ਤਾਂ ਹੀ ਬੁਲਾ ਸਕਦਾ ਜੇ ਉਹਦਾ ਜਿਹੜਾ ਗ੍ਰੈਂਡ ਚਾਈਲਡ ਹੈ ਉਹ ਆਰਫਨ ਚਾਈਲਡ ਹੋਵੇ, ਮਤਲਬ ਕਿ ਉਹਦੇ ਮਾਂ ਪਿਓ ਦੋਵਾਂ ਦੀ ਮੌਤ ਹੈ ਜਿਹੜੀ ਉਹ ਹੋ ਚੁੱਕੀ ਹੋਵੇ। ਫਿਰ ਗ੍ਰੈਂਡ ਪੈਰੈਂਟ ਆਪਣੇ ਗ੍ਰੈਂਡ ਚਾਈਲਡ ਨੂੰ ਬੁਲਾ ਸਕਦਾ, ਪ੍ਰੋਵਾਈਡਡ ਗ੍ਰੈਂਡ ਚਾਈਲਡ ਹੈ ਜਿਹੜਾ ਉਹ 18 ਸਾਲ ਤੋਂ ਛੋਟਾ ਹੋਵੇ। ਇਹ ਤੁਹਾਡਾ ਭਾਈ ਭੈਣ ਦਾ ਬੱਚਾ ਵੀ ਹੋ ਸਕਦਾ, ਤੁਸੀਂ ਅੰਕਲ ਆਂਟ ਵੀ ਹੋ ਸਕਦੇ ਹੋ, ਤਾਂ ਵੀ ਬੁਲਾ ਸਕਦੇ ਹੋ। ਇਹ ਸਿਰਫ ਆਰਫਨ ਚਿਲਡਰਨ ਲਈ ਰਿਕੁਆਇਰਮੈਂਟ ਹੈ ਕਿ ਜੇ ਕੋਈ ਚਾਈਲਡ ਆਰਫਨ ਹੈ, 18 ਤੋਂ ਥੱਲੇ ਹੈ, ਉਹਦਾ ਗ੍ਰੈਂਡ ਪੈਰੈਂਟ, ਉਹਦਾ ਅੰਕਲ ਆਂਟ ਤੇ ਉਹ ਉਹਨਾਂ ਨੂੰ ਬੁਲਾ ਸਕਦੇ ਹੈਗੇ ਆ। ਸੋ ਉਹਦੇ 'ਚ ਉਹਨਾਂ ਨੇ ਕੋਈ ਅਡੋਪਸ਼ਨ ਨਹੀਂ ਕਰਨੀ, ਸਿਰਫ ਇਹ ਪ੍ਰੂਵ ਕਰਨਾ ਕਿ ਉਹ ਆਰਫਨ ਹੈਗੇ। ਹੁਣ ਜਿਵੇਂ ਕਾਲਰ ਦੀ ਕਾਲ ਆਈ ਸੀ ਕਿ ਉਹਦੇ ਪੈਰੈਂਟਸ ਇੰਡੀਆ ਦੇ ਵਿੱਚ ਹੈ ਤੇ ਉਹ ਗ੍ਰੈਂਡ ਮਦਰ ਆਪਣੇ 11 year old ਗ੍ਰੈਂਡ ਚਾਈਲਡ ਨੂੰ ਬਣਾਉਣਾ ਚਾਹੁੰਦੇ ਨੇ, ਇਹੋ ਜਿਹੀ ਕੋਈ ਪ੍ਰੋਵੀਜ਼ਨ ਕਾਨੂੰਨ 'ਚ ਨਹੀਂ ਹੈਗੀ ਜੀ। ਬਿਲਕੁਲ। ਤੇ ਅਸੀਂ 2 ਸਟੈਪ ਪ੍ਰੋਸੈਸ ਦੀ ਸਰ ਐਪਲੀਕੇਸ਼ਨ ਪ੍ਰੋਸੈਸ ਦੀ ਗੱਲ ਕਰ ਰਹੇ ਸੀ ਜੀ। ਬਿਲਕੁਲ। ਸੋ ਜਦੋਂ ਹੀ ਐਡਮਿਸ਼ਨ ਹੋ ਜਾਂਦੀ ਹੈ, ਐਡਮਿਸ਼ਨ ਹੋਣ ਤੋਂ ਬਾਅਦ 'ਚ ਤੁਸੀਂ ਆਪਣੇ ਫਾਈਨੈਂਸਿਸ ਨੂੰ ਪ੍ਰੂਵ ਕਰ ਦਿੰਦੇ ਹੋ ਤਾਂ ਤੁਹਾਨੂੰ ਅਪਰੂਵਲ ਇਨ ਪ੍ਰਿੰਸੀਪਲ ਮਿਲ ਜਾਂਦੀ ਹੈ। ਇਹ ਅਪਰੂਵਲ ਇਨ ਪ੍ਰਿੰਸੀਪਲ ਇਜਾਜ਼ਤ ਹੈਗੀ ਹੈ ਤੁਹਾਨੂੰ ਕਿ ਤੁਸੀਂ ਕੈਨੇਡਾ ਤੋਂ ਬਾਹਰ ਬੈਠ ਕੇ ਆਨਲਾਈਨ ਪੜ੍ਹਾਈ ਹੈ ਜਿਹੜੀ ਕਰ ਸਕਦੇ ਹੋ। ਤੇ ਇਹ ਆਨਲਾਈਨ ਪੜ੍ਹਾਈ ਦਾ ਤੁਹਾਨੂੰ ਅਫਜ਼ਾਨਾ ਹੈ ਮਿਲਣਾ ਕਿ ਤੁਸੀਂ ਜਦੋਂ ਇੱਥੇ ਪਹੁੰਚੋਗੇ ਉਦੋਂ ਬਾਅਦ ਤੁਹਾਨੂੰ ਵਰਕ ਪਰਮਿਟ ਹੈ ਜਿਹੜਾ ਉਹ ਮਿਲ ਜੂਗਾ। ਇਹ ਇਸ ਲਈ ਕੀਤਾ ਗਿਆ ਹੈ ਕਿਉਂਕਿ ਕਈਆਂ ਲੋਕਾਂ ਕੋਲੇ ਕਾਗਜ਼ ਪੂਰੇ ਨਹੀਂ ਹੈਗੇ ਆ। ਸੋ ਜੇ ਕਾਗਜ਼ ਪੂਰੇ ਨਹੀਂ ਹੈਗੇ ਤੇ ਜਦੋਂ ਅਰਜ਼ੀ ਕਰਨ ਤਾਂ ਕਾਗਜ਼ਾਂ ਦੀ ਘਾਟ ਕਰਕੇ ਉਹ ਅਰਜ਼ੀ ਰਿਫਿਊਜ਼ ਹੋ ਸਕਦੀ ਹੈ। ਜੋ ਰਿਫਿਊਜ਼ ਹੋ ਸਕਦੀ ਹੈ ਤਾਂ ਪੜ੍ਹਾਈ ਕਿਵੇਂ ਕਰਨਗੇ? ਇਹ ਸਿਰਫ ਇਸੇ ਲਈ ਕੀਤਾ ਗਿਆ ਕਿ ਯੂਨੀਵਰਸਿਟੀ ਜਿਹੜੇ ਸਕੂਲਸ ਨੇ ਉਹਨਾਂ ਨੂੰ ਫੀ ਮਿਲ ਸਕੇ, ਸਟੂਡੈਂਟ ਦਾ ਸਮਾਂ ਖਰਾਬ ਨਾ ਹੋਵੇ ਤੇ ਉੱਥੇ ਬੈਠ ਕੇ ਉਹ ਆਨਲਾਈਨ ਪੜ੍ਹਾਈ ਕਰ ਸਕਦੇ ਆ। ਜਦੋਂ ਵੀ ਟਰੈਵਲ ਰਿਸਟ੍ਰਿਕਸ਼ਨਸ ਖੁੱਲਣਗੀਆਂ ਤੇ ਉਸ ਵੇਲੇ ਤੁਹਾਨੂੰ ਜਿਹੜੇ ਪੂਰੇ ਕਾਗਜ਼ ਨੇ
ਉਹ ਦੇਣੇ ਪੈਣੇ ਆ, ਚਾਹੇ ਉਹ ਤੁਹਾਡੇ ਸਿਕਿਉਰਿਟੀ ਹੋਣ, ਚਾਹੇ ਉਹ ਤੁਹਾਡੇ ਫਾਈਨੈਂਸ, ਜੋ ਵੀ ਰਿਕੁਆਇਰਮੈਂਟਸ ਉਸ ਸਮੇਂ ਹੋਣਗੀਆਂ ਉਹ ਤੁਹਾਨੂੰ ਪੂਰੀਆਂ ਕਰਨੀਆਂ ਪੈਣੀਆਂ ਨੇ। ਜਦੋਂ ਉਹ ਪੂਰੀਆਂ ਹੋ ਜਾਣਗੀਆਂ ਤਾਂ ਫਿਰ ਤੁਸੀਂ ਜਿਹੜਾ ਤੁਹਾਨੂੰ ਸਟੱਡੀ ਵੀਜ਼ਾ ਮਿਲ ਜੂਗਾ ਤੇ ਤੁਸੀਂ ਕੈਨੇਡਾ ਟਰੈਵਲ ਕਰਕੇ ਆ ਕੇ ਇੱਥੇ ਪੜ੍ਹ ਸਕਦੇ ਹੈਗੇ ਹੋ। ਪਰ ਇਹਦੇ ਨਾਲ ਇੱਕ ਖਾਸ ਜੀ ਖਾਸ ਜਿਹੜਾ ਤੁਸੀਂ ਗੱਲ ਦਾ ਜ਼ਿਕਰ ਕਰਨਾ ਉਹ ਕਰਾਂਗੇ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਕੁਐਸਚਨ ਪੁੱਛਣਾ ਚਾਹੁੰਦੀ ਹਾਂ ਕਿ ਮੇਰੇ ਪੇਰੈਂਟਸ ਦਾ ਨਾ 10 ਈਅਰ ਦਾ ਵਿਜ਼ਟਰ ਵੀਜ਼ਾ ਤਾਂ ਲੱਗਿਆ ਹੋਇਆ, ਬਟ ਮੈਂ ਇੱਥੇ ਦੀ ਸਿਟੀਜ਼ਨ ਆ ਤੇ ਮੈਂ ਉਹਨਾਂ ਦਾ ਵਿਦਿਨ ਕੈਨੇਡਾ ਪੀਆਰ ਅਪਲਾਈ ਕਰ ਸਕਦੀ ਹਾਂ? ਜੀ ਹਾਂਜੀ, ਉਹ ਪ੍ਰੋਵਾਈਡਡ ਕਿ ਉਹਨਾਂ ਦੀ ਜੇ ਉਹ ਐਲਡਰਲੀ ਹੈਗੇ ਨੇ ਜੀ, ਬੈਲੈਂਸ ਆਫ ਫੈਮਿਲੀ ਕੀ ਹੈਗਾ, ਉਹਨਾਂ ਦੇ ਪਰਿਵਾਰ 'ਚ ਹੋਰ ਕਿੰਨੀਆਂ ਚੀਜ਼ਾਂ ਹੈਗੀਆਂ ਨੇ। ਸੋ ਜਿਹੜਾ ਹਿਊਮੈਨਿਟੇਰੀਅਨ ਕੰਪੈਸ਼ਨੇਟ ਕੇਸ ਆ ਉਹ ਤੁਸੀਂ ਅਪਲਾਈ ਕਰ ਸਕਦੇ ਹੋ, ਪਰ ਉਹਦੇ ਲਈ ਜਿਹੜੀਆਂ ਰਿਕੁਆਇਰਮੈਂਟਸ ਨੇ, ਉਹਨਾਂ ਦੀ ਏਜ ਹੈਗੀ ਹੈ, ਉਹਨਾਂ ਦਾ ਮੈਰਿਟਲ ਸਟੈਟਸ ਹੈ, ਉਹਨਾਂ ਦਾ ਬੈਲੈਂਸ ਆਫ ਫੈਮਿਲੀ ਹੈਗਾ, ਉਹਨਾਂ ਦਾ ਬਹੁਤਾ ਪਰਿਵਾਰ ਕਿੱਥੇ ਰਹਿੰਦਾ, ਉਹਨਾਂ ਦੇ ਗ੍ਰੈਂਡ ਚਿਲਡਰਨ ਕਿਹੜੇ ਹੈਗੇ, ਉਹ ਇਹ ਸਾਰੀਆਂ ਚੀਜ਼ਾਂ ਜੋ ਕ੍ਰਾਈਟੇਰੀਆ ਮੀਟ ਕਰਦੇ ਆ ਤਾਂ ਹਾਂਜੀ ਤੁਸੀਂ ਕਰ ਸਕਦੇ ਹੈਗਾ, ਜ਼ਰੂਰ ਕਰ ਸਕਦੇ। ਮੇਰੇ ਕਿਉਂਕਿ ਮੈਂ ਉਹਨਾਂ ਦੀ ਇਕਲੌਤੀ ਸੰਤਾਨ ਆ, ਹੋਰ ਕੋਈ ਹੈ ਨਹੀਂ ਉਹਨਾਂ ਦਾ ਟੇਕ ਕੇਅਰ ਕਰਨ ਵਾਲਾ ਇੰਡੀਆ 'ਚ। ਤੇ ਉਹਨਾਂ ਦੀ ਏਜ ਕਿੰਨੀ ਹੈ ਜੀ? 60 ਪਲੱਸ ਨੇ। ਹਾਂਜੀ, ਤੇ ਉਹਨਾਂ ਨੂੰ ਕੈਨੇਡਾ 'ਚੋਂ ਰਹਿੰਦਿਆਂ ਨੂੰ ਕਿੰਨਾ ਸਮਾਂ ਹੋ ਗਿਆ? ਕੈਨੇਡਾ 'ਚ ਹੈ ਨਹੀਂ ਨਾ, ਪਹਿਲਾਂ ਆ ਕੇ ਗਏ ਨੇ 2 ਸਾਲ ਪਹਿਲਾਂ, ਫਿਰ ਚਲੇ ਗਿਆ ਸੀ 2.5 ਮਹੀਨੇ ਦੇ ਵਿੱਚ। ਹਾਂਜੀ, ਮੈਂ ਸੋਚਦੀ ਹਾਂ ਕਿ ਮੈਂ ਹੁਣ ਜਦ ਦੁਬਾਰਾ ਆਉਣ ਤਾਂ ਮੈਂ ਉਹਨਾਂ ਦਾ ਵਿਦਿਨ ਕੈਨੇਡਾ ਪੀਆਰ ਅਪਲਾਈ ਕਰਾਂ। ਤੁਸੀਂ ਮੈਰਿਡ ਜੋ ਤੁਹਾਡੇ ਚਿਲਡਰਨ ਹੈਗੇ ਆ? ਨਹੀਂ, ਮੇਰੇ ਬੱਚੇ ਨਹੀਂ ਹੈਗੇ ਹਲੇ, ਮੈਰਿਡ ਆ। ਹਾਂਜੀ, ਤਾਂ ਜਿੰਨਾ ਚਿਰ ਗ੍ਰੈਂਡ ਚਿਲਡਰਨ ਨਹੀਂ ਹੁੰਦੇ ਤੇ ਦੂਜਾ ਉਹ ਕਾਫੀ ਲੰਬਾ ਸਮਾਂ ਇੱਥੇ ਰਹਿ ਨਹੀਂ ਲੈਂਦੇ, ਉਹਨਾਂ ਚਿਰ ਇਹ ਤੁਹਾਡਾ ਕੇਸ ਹੈ ਜਿਹੜਾ ਉਹ ਕਾਮਯਾਬ ਨਹੀਂ ਹੋਊਗਾ। ਉਹ ਆ ਕੇ ਇੱਥੇ ਲੰਬਾ ਸਮਾਂ ਗੁਜ਼ਾਰਨ, ਉਹ ਤੋਂ ਬਾਅਦ ਤੁਹਾਡੇ ਗ੍ਰੈਂਡ ਚਿਲਡਰਨ ਹੋਣ, ਫਿਰ ਕ੍ਰਾਈਟੇਰੀਆ ਜ਼ਰੂਰ ਮੀਟ ਕਰਨਗੇ। ਉਸ ਵੇਲੇ ਤੋਂ ਪਹਿਲਾਂ ਤੁਹਾਨੂੰ ਇਹ ਕੇਸ ਨਹੀਂ ਲਾਉਣਾ ਚਾਹੀਦਾ। ਸ਼ੁਕਰੀਆ ਜੀ ਬਹੁਤ ਬਹੁਤ ਤੁਹਾਡਾ ਕੁਐਸਚਨ ਪੁੱਟ ਕਰਨ ਲਈ। ਨੈਕਸਟ ਕੁਝ ਕਾਲਰ ਜੁੜ ਗਏ ਨੇ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਸਰ? ਹਾਂ ਬ੍ਰਹਮਪੁਰ ਤੋਂ ਪੁੱਛ ਰਹੇ ਹਾਂ ਜੀ। ਤੇ ਇੱਕ ਸਵਾਲ ਪੁੱਛਣਾ ਜੀ, ਇਹਨਾਂ ਦਾ ਵਰਕ ਪਰਮਿਟ ਵਾਲੇ ਦੇ ਜਿਹੜੇ ਵਰਕ ਪਰਮਿਟ ਤੇ ਕੰਮ ਕਰ ਰਹੇ ਸੀ, ਪਿੱਛੇ ਇੰਡੀਆ ਗਏ ਹੋਏ ਨੇ, ਹੁਣ ਉਹਨਾਂ ਨੇ ਇੰਡੀਆ ਤੋਂ ਆਣਾ ਤੇ ਉਹਨਾਂ ਦੀ ਫੈਮਿਲੀ ਵੀ ਪੂਰੀ ਗਈ ਹੈ, ਤੇ ਹੁਣ ਉਹਨਾਂ ਨੇ ਫੈਮਿਲੀ ਨਾਲ ਲੈ ਕੇ ਪੂਰੇ ਆ ਸਕਦੇ ਨੇ ਵਰਕ ਪਰਮਿਟ ਵਾਲੇ ਅਜੇ, ਕਿ ਇੱਕ ਬੰਦੇ ਨੂੰ ਪਹਿਲੇ ਆਉਣਾ ਪਏਗਾ ਫਿਰ ਆਪਣੀ ਫੈਮਿਲੀ ਨੂੰ ਬੁਲਾਏਗਾ? ਸਰ ਆਪਾਂ ਟੀਵੀ ਸਕਰੀਨ ਤੇ ਆਨਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਜੀ ਸਰ, ਬਹੁਤ ਵਧੀਆ ਸਵਾਲ ਹੈ ਜੀ ਇਹਨਾਂ ਦਾ। ਐਕਚੁਅਲੀ ਇਹ ਰੀਅਲ ਲਾਈਫ ਸਿਚੁਏਸ਼ਨ ਜਰਮਨੀ ਤੋਂ ਇੱਕ ਇੰਡੀਵਿਜੂਅਲ ਨੇ ਆਉਣਾ ਸੀ, ਉਹਦੇ ਨਾਲ ਵਾਪਰੀ। ਉਸ ਤੋਂ ਬਾਅਦ ਇਹਦੇ ਤਾਂ ਕਾਫੀ ਚੇਂਜਸ ਨੇ ਜਿਹੜੀਆਂ ਉਹ ਕੀਤੀਆਂ ਗਈਆਂ। ਸੋ ਵਰਕ ਪਰਮਿਟ ਜੇ ਤੁਹਾਡੇ ਕੋਲ ਹੈਗਾ, ਸਭ ਤੋਂ ਪਹਿਲੀ ਰਿਕੁਆਇਰਮੈਂਟ ਹੈਗੀ ਹੈ ਕਿ ਤੁਹਾਡੇ ਕੋਲ ਜੌਬ ਕੈਨੇਡਾ 'ਚ ਅਵੇਲੇਬਲ ਹੋਣੀ ਚਾਹੀਦੀ ਹੈਗੀ ਹੈ, ਤੇ ਤੁਹਾਨੂੰ ਐਮਪਲੋਇਰ ਹੈ ਜਿਹੜਾ ਉਹ ਚਿੱਠੀ ਲਿਖ ਕੇ ਦਊਗਾ ਕਿ ਇਹ ਜੌਬ ਅਵੇਲੇਬਲ ਹੈ, ਇੰਨੀ ਤਰੀਕ ਨੂੰ ਤੁਸੀਂ ਕੰਮ ਜਿਹੜਾ ਸ਼ੁਰੂ ਕਰਨਾ ਹੈਗਾ। ਇਹ ਸਭ ਤੋਂ ਪਹਿਲੀ ਰਿਕੁਆਇਰਮੈਂਟ ਹੈ। ਜਦੋਂ ਇਹ ਰਿਕੁਆਇਰਮੈਂਟ ਤੁਸੀਂ ਪੂਰੀ ਕਰ ਲੈਣ, ਜਿਹੜੇ ਦੇ ਫੈਮਿਲੀ ਮੈਂਬਰ ਨੇ, ਜੇ ਉਹਨਾਂ ਕੋਲ ਵੀਜ਼ਾ ਹੈਗਾ ਤਾਂ ਉਹਨਾਂ ਨੂੰ ਪ੍ਰੂਵ ਕਰਨਾ ਪੈਣਾ ਕਿ ਉਹ ਫੈਮਿਲੀ ਮੈਂਬਰ ਹੈਗੇ ਨੇ। ਤਾਂ ਉਹਦੇ ਲਈ ਜੋ ਸਪਾਊਸ ਹੈ, ਚਿਲਡਰਨ ਹੈ, ਉਹ ਸਾਰੇ ਡਾਕੂਮੈਂਟੇਸ਼ਨ ਉਹਨਾਂ ਨੂੰ ਚਾਹੀਦੀ ਹੈ। ਸੋ ਜਦੋਂ ਇਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ, ਉਸ ਤੋਂ ਬਾਅਦ ਤੁਸੀਂ ਇੱਕ ਆਥੋਰਾਈਜੇਸ਼ਨ ਲੈਟਰ ਲਈ ਅਪਲਾਈ ਕਰਨਾ ਇਮੀਗ੍ਰੇਸ਼ਨ ਨੂੰ। ਉਹ ਜਦੋਂ ਆਥੋਰਾਈਜੇਸ਼ਨ ਲੈਟਰ ਆ ਜਾਊਗਾ ਉਸ ਤੋਂ ਬਾਅਦ ਹੀ ਉਹ ਟਰੈਵਲ ਕਰ ਸਕਦੇ ਨੇ, ਉਸ ਤੋਂ ਪਹਿਲਾਂ ਨਹੀਂ ਟਰੈਵਲ ਕਰ ਸਕਦੇ। ਜੀ ਜੀ ਬਿਲਕੁਲ। ਤੇ ਆਪਾਂ ਗੱਲਬਾਤ ਕਰ ਰਹੇ ਸੀ ਸਰ, ਅੱਜ ਤੁਸੀਂ ਜਿਹੜੇ 2 ਸਟੈਪ ਪ੍ਰੋਸੈਸ ਦੱਸ। ਬਿਲਕੁਲ ਜੀ। ਸੋ ਇਹ ਖਾਸ ਜਿਹੜੀ ਗੱਲ ਧਿਆਨ 'ਚ ਰੱਖਣ ਵਾਲੀ ਹੈਗੀ ਹੈ ਤਰਨ, ਉਹ ਇਹ ਹੈਗੀ ਹੈ ਕਿ ਜਦੋਂ ਹੀ ਤੁਹਾਨੂੰ ਅਪਰੂਵਲ ਇਨ ਪ੍ਰਿੰਸੀਪਲ ਮਿਲ ਗਿਆ ਤਾਂ ਇਹਦਾ ਮਤਲਬ ਹੈਗਾ ਕਿ ਤੁਸੀਂ ਕੈਨੇਡਾ 'ਚੋਂ ਪੜ੍ਹਾਈ ਕਰਨ ਲਈ ਐਲੀਜੀਬਲ ਹੋ ਗਏ। ਜਦੋਂ ਹੀ ਪੜ੍ਹਾਈ ਕਰਨ ਲਈ ਤੁਸੀਂ ਐਲੀਜੀਬਲ ਹੋਏ ਤਾਂ ਉਸ ਸਮੇਂ ਤੁਹਾਡੇ ਤੇ ਸੈਕਸ਼ਨ 220 ਹੈ ਜਿਹੜਾ ਉਹ ਐਪਲੀਕੇਬਲ ਹੋ ਗਿਆ। ਸੈਕਸ਼ਨ 220 ਦੀ ਰਿਕੁਆਇਰਮੈਂਟ ਸਭ ਤੋਂ ਪਹਿਲੀ ਹੈਗੀ ਹੈ ਕਿ ਤੁਸੀਂ ਇਨਰੋਲਡ ਹੋਣੇ ਚਾਹੀਦੇ ਹੋ ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਸ਼ਨ ਦੇ ਵਿੱਚੋਂ। ਦੂਜਾ, ਫੁੱਲ ਟਾਈਮ ਇਨਰੋਲਡ ਹੋਣੇ ਚਾਹੀਦੇ ਹੋ, ਤੇ ਤੀਜਾ, ਤੁਸੀਂ ਐਕਟਿਵਲੀ ਪਰਸੂ ਕਰਦੇ ਹੋਣੇ ਚਾਹੀਦੇ ਹੋ ਆਪਣੀ ਫੁੱਲ ਟਾਈਮ ਐਜੂਕੇਸ਼ਨ। ਹੁਣ ਰੱਬ ਨਾ ਕਰੇ ਕਿ ਤੁਸੀਂ ਉਹ ਫੁੱਲ ਟਾਈਮ ਐਜੂਕੇਸ਼ਨ ਨਹੀਂ ਸੀ, ਰੱਬ ਨਾ ਕਰੇ ਕਿ ਤੁਸੀਂ ਫੇਲ ਹੋ ਗਏ। ਜੇ ਤੁਸੀਂ ਫੇਲ ਹੋ ਗਏ ਤਾਂ ਸੈਕਸ਼ਨ 220 ਦੀ ਜਿਹੜੀ ਰਿਕੁਆਇਰਮੈਂਟ ਹੈ ਐਕਟਿਵਲੀ ਪਰਸੂਇੰਗ ਫੁੱਲ ਟਾਈਮ ਐਜੂਕੇਸ਼ਨ, ਉਹ ਤੁਸੀਂ ਪੂਰੀ ਨਹੀਂ ਕੀਤੀ। ਜੇ ਉਹ ਨਾ ਹੋਇਆ ਤਾਂ ਫਿਰ ਤੁਹਾਨੂੰ ਆਉਣ ਲਈ ਵੀਜ਼ਾ ਜਿਹੜਾ ਉਹ ਨਹੀਂ ਮਿਲੂਗਾ। ਸੋ ਇਹ ਗੱਲ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਹੈ। ਤੇ ਦੂਜਾ, ਇਹਦੇ ਨਾਲ ਜਿਹੜਾ ਇੰਡੀਆ ਤੋਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਹਨੂੰ SDS ਕਿਹਾ ਜਾਂਦਾ, ਸਟੂਡੈਂਟ ਡਾਇਰੈਕਟ ਸਟਰੀਮ, ਉਹਦੇ ਵਿੱਚੋਂ ਜੇ ਤੁਹਾਡੇ ਕੋਲ ਕਾਗਜ਼ ਪੂਰੇ ਨਹੀਂ ਹੈਗੇ ਫਿਰ ਤੁਸੀਂ ਉਹਦੇ ਵਿੱਚ ਜਿਹੜਾ ਆਪਣੀ ਐਪਲੀਕੇਸ਼ਨ ਆ ਉਹ ਅਪਲਾਈ ਨਹੀਂ ਕਰ ਸਕਦੇ ਹੈਗੇ ਹੋ। ਫਿਰ ਤੁਹਾਨੂੰ ਇਹ 2 ਸਟੈਪ ਪ੍ਰੋਸੀਜਰ 'ਚ ਕਰਨੀ ਪੈਣੀ ਹੈ। ਇਹ ਨਹੀਂ ਹੋ ਸਕਦਾ ਕਿ ਤੁਸੀਂ STS ਵਾਲੀ ਫਾਈਲ ਹੈ ਉਹ 2 ਸਟੈਪ ਪ੍ਰੋਸੀਜਰ 'ਚ ਅਪਲਾਈ ਕਰ ਲਓ, ਉਹ ਐਪਲੀਕੇਬਲ ਨਹੀਂ ਹੋਗੀ, ਕਿਉਂਕਿ SDS ਦੀ ਫਾਈਲ ਹੈ ਜਿਹੜੀ ਉਹ ਪੂਰੇ ਕਾਗਜ਼ਾਂ ਨਾਲ ਹੀ ਸਬਮਿਟ ਹੋਗੀ। ਜੇ ਪੂਰੇ ਕਾਗਜ਼ ਨਹੀਂ ਫਿਰ ਤੁਸੀਂ ਇਹ 2 ਸਟੈਪ ਪ੍ਰੋਸੀਜਰ 'ਚ ਆਪਣੀ ਐਪਲੀਕੇਸ਼ਨ ਕਰ ਸਕਦੇ ਹੋ। ਜੀ ਬਿਲਕੁਲ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ?
ਮੈਂ ਜੀ ਸਰੀ ਤੋਂ ਬੋਲਦਾ ਜੀ BC ਤੋਂ। ਜੀ ਸਰ ਮੈਂ ਖਹਿਰਾ ਸਾਹਿਬ ਨਾਲ ਗੱਲ ਕਰਨੀ ਚਾਹੁੰਦਾ ਸੀ। ਜੀ ਬਿਲਕੁਲ, ਖਹਿਰਾ ਸਾਹਿਬ ਨਾਲ ਹੀ ਨੇ ਜੀ, ਦੱਸੋ ਕੀ ਪੁੱਛਣਾ। ਮੈਂ ਪੁੱਛਣਾ ਚਾਹੁੰਦਾ ਸੀਗਾ ਜੀ ਇਹਨਾਂ ਤੋਂ ਵੀ ਐਸੀ ਮੇਰੇ ਬੇਟੇ ਦੋਨੇ ਇੱਥੇ ਆ, ਵੱਡੇ ਬੇਟੇ ਨੇ ਸਾਨੂੰ ਸੁਪਰ ਵਿਜ਼ਿਟ ਸੱਦਿਆ ਸੀ, ਇੱਕ ਪੋਤਾ ਪੋਤੀ ਆ, ਤੇ ਇਹਨਾਂ ਦੇ ਸਾਨੂੰ 7 ਸਾਲ 8ਵਾਂ ਸਾਲ ਚੜ ਗਏ ਇੱਥੇ ਸੁਪਰ ਵਿਜ਼ਿਟ ਰਹਿੰਦੇ ਨੇ ਜੀ। ਮੇਰੇ ਦੂਜਾ ਬੇਟਾ ਸਟੂਡੈਂਟ ਆਇਆ ਸੀ 2010 ਦੇ ਵਿੱਚ, ਉਹ ਵੀ PR ਆ ਇੱਥੇ। ਤੇ ਮੇਰੇ ਦੋਨੇ ਬੇਟੇ ਆ ਉਹ ਇੱਥੇ ਹੀ ਆ, ਫੈਮਿਲੀ ਅਸੀਂ 7-8 ਸਾਲ ਤੋਂ ਇੱਥੇ ਰਹਿੰਦੇ ਹਾਂ, 2 ਸਾਲ ਬਾਅਦ ਸਟੇਟ ਤੋੜਦੇ। ਜੀ ਸਰ, ਪ੍ਰਸ਼ਨ ਕੀ ਹੈ ਜੀ ਤੁਹਾਡਾ? ਵੀ ਅਸੀਂ ਫੈਮਿਲੀ ਕੇਸ ਅਪਲਾਈ ਕਰ ਸਕਦੇ, ਬੇਟਾ ਮੇਰਾ ਕਰ ਸਕਦਾ ਇਹਨਾਂ ਦਾ। ਆਪ ਜੀ ਦੀ ਉਮਰ ਕਿੰਨੀ ਹੈ? ਦੋਨੇ ਬੇਟੇ ਇੱਥੇ ਹੀ ਆ। ਆਪ ਜੀ ਦੀ ਉਮਰ ਕਿੰਨੀ ਹੈ ਜੀ? ਸਾਡੀ ਉਮਰ ਹੈਗੀ ਹੈ 57। ਹਾਂਜੀ, 58 ਮਿਸੇ। ਹਾਂਜੀ, तो ਹਾਲੇ ਪਰਿਵਾਰ ਪਿੱਛੇ ਮੇਰਾ ਬ੍ਰਦਰ ਪਿੱਛੇ ਆ, ਉਹਦੀ ਫੈਮਿਲੀ ਉੱਥੇ ਆ, ਮੇਰੀ ਸਿਸਟਰ ਉੱਥੇ ਆ। ਜੀ ਹਾਂ, ਤੁਹਾਡੀ ਹਾਲੇ ਉਮਰ ਹੈ ਜਿਹੜੀ ਉਹ ਸੀਨੀਅਰ ਤੁਸੀਂ ਨਹੀਂ ਹੋਏ ਜੀ ਹਾਲੇ, ਤਾਂ ਤੁਹਾਡੇ ਲਈ ਇਹ ਚੰਗਾ ਕੇਸ ਨਹੀਂ ਹੋਊਗਾ। ਕਿਹੜੀ ਸਾਲ ਚ ਆ ਸਕਦੇ ਜੀ ਸੀਨੀਅਰ? ਹਾਂਜੀ 65 ਤੋਂ ਉੱਤੇ। ਹਾਂਜੀ ਜੀ, ਤਾਂ ਜਦੋਂ ਤੁਸੀਂ ਉਹ ਏਜ ਤੱਕ ਪਹੁੰਚ ਜਾਓਗੇ ਤੁਸੀਂ, ਤੇ ਇਹਦੇ ਨਾਲ ਤੁਹਾਨੂੰ ਰਹਿੰਦਿਆਂ ਨੂੰ ਵੀ ਇੱਥੇ ਬਹੁਤ ਲੰਬਾ ਸਮਾਂ ਹੋ ਚੁੱਕਿਆ ਹੋਣਾ। ਤੁਸੀਂ ਕਿਹਾ ਹੁਣ 7-8 ਸਾਲ ਤੁਹਾਨੂੰ ਹੋ ਚੁੱਕੇ ਹੈ, ਤੇ 7-8 ਸਾਲ ਹੋਰ ਤੁਹਾਨੂੰ ਇੱਥੇ ਰਹਿੰਦਿਆਂ ਨੂੰ ਹੋ ਜਾਣਗੇ, ਤਾਂ ਤੁਹਾਡੀ ਐਸਟੈਬਲਿਸ਼ਮੈਂਟ ਇਨ ਕੈਨੇਡਾ ਹੋ ਜੂਗੀ। ਉਸ ਸਮੇਂ ਕੇਸ ਲਾਓਗੇ ਜੀ, ਤੁਹਾਡਾ ਬਿਲਕੁਲ ਕੇਸ ਮਨਜ਼ੂਰ ਹੋ ਜਾਊਗਾ, ਕਿਉਂਕਿ ਤੁਸੀਂ ਬਾਕੀ ਸਾਰੇ ਕ੍ਰਾਈਟੇਰੀਆ ਪੂਰਾ ਕਰਦੇ ਹੋਵੋਗੇ। ਸਰ ਇਹ ਵੀ ਮਤਲਬ ਇਹ ਹੈ ਕਿ ਚਾਹੇ ਤੁਹਾਡੀਆਂ ਹਿਊਮੈਨਿਟੇਰੀਅਨ ਬੇਸਿਸ ਦੇ ਉੱਤੇ ਵੀ ਤੁਹਾਡੀ ਇੱਕ ਏਜ ਲਿਮਿਟ ਹੋਣੀ ਚਾਹੀਦੀ ਹੈ, ਤਾਂ ਤੁਸੀਂ ਆਪਣੇ ਪੇਰੈਂਟਸ ਨੂੰ ਬੁਲਾ ਸਕਦੇ ਹੋ। ਹਿਊਮੈਨਿਟੇਰੀਅਨ ਜਿਹੜਾ ਕੰਪੈਸ਼ਨ ਹੈ ਉਹ ਹੈਗਾ ਇਨਸਾਨੀ ਤਰਸ ਦਾ ਆਧਾਰ। ਹੁਣ ਜਿਹੜੇ 57 ਈਅਰ ਓਲਡ ਬੰਦਾ ਹੈਗਾ, ਤੇ ਉਹ ਤਾਂ ਫੇਅਰਲੀ ਯੰਗ ਹੈ ਅੱਜ ਕੱਲ ਦੀ ਉਮਰ ਦੇ ਵਿੱਚ, ਸੋ ਉਹਨੂੰ ਕੰਪੈਸ਼ਨ ਦੇ ਤਰੀਕੇ ਨਾਲ ਨਹੀਂ ਦੇਖਿਆ ਜਾ ਸਕਦਾ ਜੀ। ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ। ਹਾਂਜੀ, ਮੈਂ ਗੁਰਪ੍ਰੀਤ ਕਹਿ ਤੋਂ ਕੁਐਸਚਨ ਪੁੱਛਣਾ ਚਾਹੁੰਦਾ ਜੀ। ਮੇਰੀ ਸਿਸਟਰ ਨੇ ਕੈਨੇਡਾ ਦਾ ਅਪਲਾਈ ਕਰਨਾ ਹੈ, ਯੂਨੀਵਰਸਿਟੀ ਵੈਂਕੂਵਰ ਯੂਨੀਵਰਸਿਟੀ ਦੇ ਵਿੱਚ, ਇੰਡੀਆ ਤੋਂ ਅਪਲਾਈ ਕਰਨਾ ਹੈ। ਮੈਂ ਐਕਚੁਅਲ ਦੇ ਵਿੱਚ US ਦੇ ਵਿੱਚ ਆ, ਕੀ ਉਹਨਾਂ ਦਾ ਸਪੋਰਟ ਲਈ ਜਿਹੜਾ ਬੈਂਕ ਬੈਲੈਂਸ ਦਿਖਾਉਣਾ ਹੈ, ਮੈਂ US ਦੇ ਵਿੱਚੋਂ ਇੱਥੇ ਆਪਣਾ ਟੈਕਸ ਦੇ ਡਾਕੂਮੈਂਟ ਜਾਂ ਫਿਰ ਆਪਣਾ ਬੈਂਕ ਬੈਲੈਂਸ ਦਿਖਾ ਸਕਦਾ? ਜੇ ਮੈਂ ਦਿਖਾ ਸਕਦਾ ਤਾਂ ਦੋਨਾਂ ਵਿੱਚੋਂ ਕਿਹੜਾ ਬੈਟਰ ਹੈ, ਟੈਕਸ ਦੇ ਡਾਕੂਮੈਂਟਸ ਜਾਂ ਫਿਰ ਮੇਰਾ ਬੈਂਕ ਬੈਲੈਂਸ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਜਿਹੜੇ ਇਹ ਪੈਸੇ ਨੇ ਜੀ ਤੁਹਾਡੇ ਸਿਸਟਰ ਦੇ ਅਕਾਊਂਟ 'ਚ ਹੋਣੇ ਚਾਹੀਦੇ ਨੇ, ਤੇ ਰੈਡਿਲੀ ਅਵੇਲੇਬਲ ਹੋਣੇ ਚਾਹੀਦੇ ਨੇ। ਹਾਂ, ਜਿਹੜੀ ਫੀ ਹੈਗੀ ਹੈ ਉਹ ਤੁਸੀਂ ਭਰ ਸਕਦੇ ਹੋ, ਪਰ ਜਿਹੜਾ $10,000 ਹੈਗਾ ਉਹ ਤੁਹਾਡੀ ਸਿਸਟਰ ਦੇ ਅਕਾਊਂਟ 'ਚ ਅਵੇਲੇਬਲ ਹੋਣਾ ਜ਼ਰੂਰੀ ਹੈਗਾ। ਸੋ ਜਿਹੜੀ ਫੀ ਹੈ ਉਹ ਕੋਈ ਵੀ ਦੇ ਦੇ। ਸੋ ਜੇ ਉਹਦੀ ਸਾਲ ਦੀ ਫੀ ਹੈ ਕਿ ਮੰਨ ਲਓ 16, 17, 20,000 ਹੈ, ਉਹ ਤੁਸੀਂ ਯੂਨੀਵਰਸਿਟੀ ਨੂੰ ਪੇ ਕਰਤੀ, ਪਰ ਤੁਹਾਡੀ ਸਿਸਟਰ ਕੋਲੇ $10,000 ਉਹਦੇ ਬੈਂਕ ਅਕਾਊਂਟ 'ਚ ਅਵੇਲੇਬਲ ਹੋਣੇ ਚਾਹੀਦੇ ਨੇ। ਤੁਹਾਡੇ ਟੈਕਸ ਡਾਕੂਮੈਂਟਸ ਦਾ ਇਹਦੇ ਨਾਲ ਕੋਈ ਵੀ ਸੰਬੰਧ ਨਹੀਂ ਹੋਊਗਾ ਜੀ। ਜੀ ਬਿਲਕੁਲ। ਤੇ ਸਰ ਅਸੀਂ ਗੱਲ ਕਰ ਰਹੇ ਸੀ 2 ਸਟੈਪ ਐਪਲੀਕੇਸ਼ਨ ਪ੍ਰੋਸੈਸ ਦੇ ਵਿੱਚ ਕੌਣ ਫਾਈਲ ਕਰ ਸਕਦਾ, ਕੌਣ ਫਾਈਲ ਨਹੀਂ ਲਗਾ ਸਕਦਾ? ਸੋ ਜਿਹੜੇ ST ਸਟੂਡੈਂਟ ਡਾਇਰੈਕਟ ਸਟਰੀਮ ਹੈਗਾ ਜੀ, ਇਹ ਇੰਡੀਆ ਤੋਂ ਤੇ ਹੋਰ ਬਹੁਤ ਸਾਰੇ ਨੇਸ਼ਨਸ ਤੋਂ ਸ਼ੁਰੂ ਕੀਤਾ ਗਿਆ ਹੈਗਾ, ਜਿਸ 'ਚ ਕ੍ਰਾਈਟੇਰੀਆ ਬਹੁਤ ਸਿੰਪਲੀਫਾਈ ਕੀਤਾ ਗਿਆ। ਪਰ ਇਹਦੇ ਨਾਲ ਜਦੋਂ ਹੁਣ ਇਹ 2 ਸਟੈਪ ਪ੍ਰੋਸੀਜਰ ਹੈ ਜਿਹੜਾ ਸ਼ੁਰੂ ਕੀਤਾ ਗਿਆ ਹੈ, ਇਹਦੇ 'ਚ ਜੇ ਤੁਸੀਂ 2 ਸਟੈਪ ਪ੍ਰੋਸੀਜਰ 'ਚ ਐਪਲੀਕੇਸ਼ਨ ਫਾਈਲ ਕਰਦੇ ਹੋ, ਫਿਰ ਤੁਸੀਂ STS 'ਚ ਨਹੀਂ ਕਰ ਸਕੋਗੇ। ਸੋ ਜੇ ਤੁਹਾਡੇ ਕੋਲ ਕਾਗਜ਼ ਪੱਤਰ ਪੂਰੇ ਨਹੀਂ ਹੈਗੇ, ਤਾਂ ਤੁਸੀਂ ਆਪਦਾ ਸਮਾਂ ਦੇਖਦੇ ਹੋ ਕਿ ਮੇਰਾ ਸੈਸ਼ਨ ਹੈ ਜਿਹੜਾ ਉਹ ਖਰਾਬ ਨਾ ਹੋਵੇ, ਤੇ ਫਿਰ ਤੁਸੀਂ 2 ਸਟੈਪ ਪ੍ਰੋਸੀਜਰ 'ਚ ਕਰ ਸਕਦੇ ਹੋ। ਪਰ ਬਹੁਤ ਇੰਪੋਰਟੈਂਟ ਹੈ ਇਹਦੇ 'ਚ ਇਹ ਗੱਲ ਦਾ ਧਿਆਨ ਰੱਖਣਾ ਕਿ ਸਰਕਾਰ ਨੇ ਨਾਲ ਡਿਸਕਲੇਮਰ ਵੀ ਦਿੱਤਾ ਹੈਗਾ ਕਿ ਜੇ ਇਹ ਅਪਰੂਵਲ ਇਨ ਪ੍ਰਿੰਸੀਪਲ ਹੋਣ ਦਾ ਮਤਲਬ ਇਹ ਨਹੀਂ ਹੈਗਾ ਕਿ ਜਦੋਂ ਤੁਹਾਨੂੰ ਵੀਜ਼ਾ ਮਿਲਣ ਦਾ ਟਾਈਮ ਹੈ ਉਹ ਤੁਹਾਨੂੰ ਵੀਜ਼ਾ ਮਿਲ ਜਾਣਾ ਹੈਗਾ, ਕਿਉਂਕਿ ਤੁਸੀਂ ਉਹ ਰਿਕੁਆਇਰਮੈਂਟਸ ਵੀ ਪੂਰੀਆਂ ਕਰਨੀਆਂ ਨੇ। ਇਹ ਜਿਹੜਾ ਸਿਰਫ ਅਪਰੂਵਲ ਹੋਊਗਾ ਤੁਹਾਨੂੰ ਕਿ ਤੁਸੀਂ ਯੂਨੀਵਰਸਿਟੀ ਕਾਲਜ ਦੇ ਵਿੱਚ ਆਪਣੀ ਆਨਲਾਈਨ ਪੜ੍ਹਾਈ ਹੈ ਜਿਹੜੀ ਉਹ ਕਰ ਸਕੋ, ਤੇ ਜਦੋਂ ਇਹ ਕੰਡੀਸ਼ਨ ਪੂਰੀਆਂ ਕਰੋਗੇ ਤੇ ਟਰੈਵਲ ਰਿਸਟ੍ਰਿਕਸ਼ਨ ਹਟਣਗੀਆਂ, ਫਿਰ ਤੁਸੀਂ ਕੈਨੇਡਾ ਆ ਕੇ ਆਪਣੀ ਪੜ੍ਹਾਈ ਕੰਟੀਨਿਊ ਕਰ ਸਕਦੇ ਹੋ। ਤੇ ਤੁਹਾਡਾ ਜਿਹੜਾ ਆਨਲਾਈਨ ਪੜ੍ਹਾਈ ਕੀਤਾ ਉਹਦਾ ਤੁਹਾਨੂੰ ਬੈਨੀਫਿਟ ਹੀ ਮਿਲ ਜਾਏਗਾ, ਤੁਹਾਨੂੰ ਵਰਕ ਪਰਮਿਟ ਮਿਲਣਾ। ਸੋ ਜੇ ਤੁਹਾਨੂੰ ਇਹ ਭਰੋਸਾ ਨਹੀਂ ਹੈਗਾ ਕਿ ਤੁਸੀਂ ਪਾਸ ਹੋ ਸਕੋਗੇ ਜਾਂ ਤੁਸੀਂ ਕੰਡੀਸ਼ਨ ਮੀਟ ਨਹੀਂ ਕਰਦੇ, ਫਿਰ ਤੁਹਾਨੂੰ ਇਹ 2 ਸਟੈਪ ਪ੍ਰੋਸੀਜਰ 'ਚ ਬਿਲਕੁਲ ਅਪਲਾਈ ਨਹੀਂ ਕਰਨਾ ਚਾਹੀਦਾ। ਕਿਉਂਕਿ ਜੇ ਮੰਨ ਲਓ ਤੁਹਾਨੂੰ ਜਾ ਕੇ ਅੱਗੇ ਵੀਜ਼ਾ ਨਹੀਂ ਮਿਲਦਾ, ਤਾਂ ਯੂਨੀਵਰਸਿਟੀ ਨੇ ਤੁਹਾਡੀ ਫੀਸ ਨਹੀਂ ਵਾਪਸ ਕਰਨੀ, ਉਹਨੇ ਤੁਹਾਨੂੰ ਪੜ੍ਹਾਤਾ, ਰਾਈਟ? ਤੇ ਦੂਜਾ ਜਿਹੜੇ ਬੰਦੇ ਨੇ ਤੁਹਾਡੀ ਐਡਮਿਸ਼ਨ ਕਰਾਈ ਸੀ, ਏਜੰਟ ਨੇ, ਉਹਨੂੰ ਕਮਿਸ਼ਨ ਮਿਲ ਗਿਆ, ਉਹਨੇ ਵੀ ਨਹੀਂ ਵਾਪਸ ਕਰਨਾ, ਤਾਂ ਤੁਸੀਂ ਇਹਦੇ ਨਾਲ ਨੁਕਸਾਨ ਦੇ ਵਿੱਚੋਂ ਆ ਸਕਦੇ ਹੈਗੇ ਹੋ। ਇਹ ਮੇਨਲੀ ਜਿਹੜੇ ਐਜੂਕੇਸ਼ਨ ਇੰਸਟੀਟਿਊਸ਼ਨ ਨੇ ਉਹਨਾਂ ਦੀ ਫਾਈਨੈਂਸ਼ੀਅਲ ਹੈਲਥ ਨੂੰ ਦੇਖ ਕੇ ਸਰਕਾਰ ਨੇ ਇਹ ਮੇਨ ਧਿਆਨ ਕੀਤਾ। ਤਰਨ $21 ਬਿਲੀਅਨ ਦਾ ਇੰਡਸਟਰੀ ਹੈਗਾ ਇੰਟਰਨੈਸ਼ਨਲ ਸਟੂਡੈਂਟ, 6.5 ਲੱਖ ਤੋਂ ਵੱਧ ਸਟੂਡੈਂਟ ਨੇ। ਸੋ ਜੇ ਉਹ ਇੱਕ ਸਮੈਸਟਰ ਇੱਥੇ ਨਹੀਂ ਆਉਂਦੇ ਤਾਂ ਯੂਨੀਵਰਸਿਟੀ ਕਾਲਜਸ ਦਾ ਬਹੁਤ ਨੁਕਸਾਨ ਹੋ ਸਕਦਾ ਹੈ।
ਪਰ ਤੁਸੀਂ ਆਪਦਾ ਖਿਆਲ ਰੱਖ ਕੇ ਫਿਰ ਇਸ ਜਾਣਾ ਹੈ ਕਿ ਤੁਹਾਨੂੰ ਭਰੋਸਾ ਹੈ ਤੁਸੀਂ ਰਿਕੁਆਇਰਮੈਂਟ ਮੀਟ ਕਰ ਲਓਗੇ, ਤੁਹਾਨੂੰ ਵੀਜ਼ਾ ਮਿਲ ਜਾਊਗਾ ਜੀ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਖਹਿਰਾ ਸਾਹਿਬ ਨਾਲ ਗੱਲ ਕਰਨੀ ਚਾਹੁੰਦੀ ਹਾਂ ਪਲੀਜ਼। ਜੀ ਮੈਮ, ਕਿੱਥੋਂ ਬੋਲ ਰਹੇ ਹੋ ਤੁਸੀਂ? ਮੈਂ ਬ੍ਰੈਂਪਟਨ ਤੋਂ ਬੋਲ ਰਹੀ ਹਾਂ ਜੀ। ਤੇ ਮੇਰਾ ਸਵਾਲ ਸੀ ਮੈਮ, ਮੇਰੇ ਹਸਬੈਂਡ ਨਾਲ ਮੈਂ PR ਕੇਸ ਲਾਇਆ ਸੀ ਬ੍ਰੈਂਪਟਨ ਤੋਂ, ਉਹਨਾਂ ਦਾ ਵੀਜ਼ਾ ਆ ਚੁੱਕਿਆ ਤੇ ਮੈਮ ਉਹ ਟਰੈਵਲ ਕਰ ਸਕਦੇ ਆ? ਉਹਨਾਂ ਦਾ 19 ਮਾਰਚ ਵੀਜ਼ਾ ਇਸ਼ੂ ਹੋਇਆ ਉਹ ਕਾਹਦਾ ਵੀਜ਼ਾ ਸੀ ਜੀ? PR ਕੇਸ। ਤੁਸੀਂ ਇੱਥੇ ਕੈਨੇਡੀਅਨ ਪਰਮਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਹੋ ਤੇ ਹਸਬੈਂਡ ਨੂੰ ਸਪਾਊਸਲ ਸਪਾਂਸਰਸ਼ਿਪ ਤੇ ਕੀਤਾ ਸੀਗਾ? ਹਾਂਜੀ ਹਸਬੈਂਡ ਨੂੰ ਸਪਾਊਸਲ ਸਪਾਂਸਰਸ਼ਿਪ ਲਈ ਕੀਤਾ ਸੀ? ਹਾਂਜੀ। ਉਹਦਾ ਵੀਜ਼ਾ 19 ਮਾਰਚ ਨੂੰ ਆਇਆ ਹੈਗਾ। ਹਾਂਜੀ ਹਾਂ। ਹਾਂਜੀ ਬਿਲਕੁਲ, ਉਹ ਟਰੈਵਲ ਕਰ ਸਕਦੇ ਨੇ। ਉਹ ਇਸ ਬਿਨਾਂ ਤੇ ਟਰੈਵਲ ਕਰ ਸਕਦੇ ਨੇ ਕਿਉਂਕਿ ਉਹਨਾਂ ਦਾ ਇਮੀਡੀਏਟ ਫੈਮਿਲੀ ਮੈਂਬਰ ਹੈ ਉਹ ਕੈਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਹੈ। ਜੇ ਉਹਨਾਂ ਨੂੰ ਕਿਸੇ ਹੋਰ ਕੈਟਾਗਰੀ ਦੇ ਵਿੱਚੋਂ ਸਕਿਲਡ ਵਰਕਰ ਚੋਂ ਮੰਨ ਲਓ ਵੀਜ਼ਾ ਮਿਲਿਆ ਹੁੰਦਾ ਤਾਂ ਉਹ 18 ਮਾਰਚ ਤੋਂ ਪਹਿਲਾਂ ਮਿਲਿਆ ਹੋਣਾ ਚਾਹੀਦਾ ਸੀ, ਉਹ ਤਾਂ ਹੀ ਟਰੈਵਲ ਕਰ ਸਕਦੇ ਸੀ। ਪਰ ਕਿਉਂਕਿ ਉਹ ਇੱਕ ਕੈਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਦੇ ਇਮੀਡੀਏਟ ਫੈਮਿਲੀ ਮੈਂਬਰ ਨੇ, ਇਸ ਕਰਕੇ ਉਹ ਇਹ ਟਰੈਵਲ ਰਿਸਟ੍ਰਿਕਸ਼ਨ ਤੋਂ ਬਾਹਰ ਹੈਗੇ ਨੇ। ਪਰ ਉਹਦੇ ਲਈ ਪਹਿਲਾਂ ਇੱਕ ਆਥੋਰਾਈਜੇਸ਼ਨ ਲੈਟਰ ਹੈ ਜਿਹੜਾ ਉਹ ਲੈਣਾ ਪੈਣਾ ਹੈਗਾ। ਉਹਦੇ 'ਚ ਤੁਹਾਨੂੰ ਕੁਆਰੰਟਾਈਨ ਪਲਾਨ ਦੱਸਣਾ ਪੈਣਾ ਹੈ ਅਤੇ ਇਹਦੇ ਨਾਲ ਜਿਹੜਾ ਰਿਲੇਸ਼ਨਸ਼ਿਪ ਆ ਪ੍ਰੂਵ ਕਰਨਾ ਪੈਣਾ ਹੈ। ਜਦੋਂ ਚਿੱਠੀ ਆ ਗਈ ਉਹ ਤੋਂ ਬਾਅਦ ਉਹ ਟਰੈਵਲ ਕਰ ਸਕਦੇ ਨੇ। ਸੋ ਉਹ ਕਿਉਂਕਿ ਇਮੀਡੀਏਟ ਫੈਮਿਲੀ ਮੈਂਬਰ ਨੇ ਇਸ ਕਰਕੇ ਉਹ ਟਰੈਵਲ ਰਿਸਟ੍ਰਿਕਸ਼ਨ ਥੱਲੇ ਨਹੀਂ ਆਉਂਦੇ ਹੈਗੇ ਜੀ, ਉਹ ਬਿਲਕੁਲ ਟਰੈਵਲ ਕਰ ਸਕਦੇ ਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਲਈ। ਸਰ ਐਵੇਂ ਦਾ ਇੱਕ ਕਾਲਰ ਜੀ ਸਾਨੂੰ ਬੀਤੇ ਹਫਤੇ ਕਾਲ ਆਈ ਸੀ ਸਾਨੂੰ 6 ਵਜੇ ਪ੍ਰੋਗਰਾਮ ਦੇ ਵਿੱਚ। ਉਹ ਕਹਿੰਦੇ ਸੀ ਕਿ ਉਹਨਾਂ ਦਾ 2.5 ਸਾਲ ਦਾ ਇੱਕ ਬੇਟਾ ਹੈ ਜਿਹੜਾ ਕਿ ਇੰਡੀਆ ਦੇ ਵਿੱਚ ਸਟਕ ਹੈ। ਉਹ ਖੁਦ ਹਸਬੈਂਡ ਵਾਈਫ ਇੱਥੇ PR ਨੇ ਤੇ ਉਹ ਜਾ ਨਹੀਂ ਸਕਦੇ ਇਹ ਟਰੈਵਲਸ ਦੇ ਕਰਕੇ, ਰਿਸਟ੍ਰਿਕਸ਼ਨਸ ਦੇ ਕਰਕੇ। ਉਹਦੇ ਦਾਦਾ ਦਾਦੀ ਉੱਥੇ ਹੈਗੇ ਨੇ ਜਿਨ੍ਹਾਂ ਕੋਲ ਕੈਨੇਡਾ ਦਾ ਵੀਜ਼ਾ ਹੈ ਕਿ ਉਹ ਉਹਨਾਂ ਦੇ ਨਾਲ ਟਰੈਵਲ ਕਰਕੇ ਆ ਸਕਦੇ ਨੇ ਕਿਉਂਕਿ 2.5 ਸਾਲ ਦਾ ਬੱਚਾ ਇਕੱਲਾ ਵੀ ਨਹੀਂ ਆ ਸਕਦਾ। ਇਹ ਵੀ ਇੱਕ ਬਹੁਤ ਵਧੀਆ ਸਿਚੁਏਸ਼ਨ ਹੈ। ਲੱਕੀਲੀ ਉਹਦੇ ਗ੍ਰੈਂਡ ਪੈਰੈਂਟਸ ਕੋਲੇ ਵੀਜ਼ਾ ਹੈਗਾ। ਹੁਣ ਉਹ ਗ੍ਰੈਂਡ ਪੈਰੈਂਟਸ ਵੀ ਇਮੀਡੀਏਟ ਫੈਮਿਲੀ ਮੈਂਬਰ ਨੇ ਕੈਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟਸ ਦੇ। ਸੋ ਗ੍ਰੈਂਡ ਪੈਰੈਂਟਸ ਤੇ ਵੀ ਟਰੈਵਲ ਰਿਸਟ੍ਰਿਕਸ਼ਨ ਲਾਗੂ ਨਹੀਂ ਹੁੰਦਾ। ਸੋ ਬਿਲਕੁਲ ਉਹ ਚਾਈਲਡ ਆਪਣੇ ਗ੍ਰੈਂਡ ਪੈਰੈਂਟਸ ਦੇ ਨਾਲ ਆ ਸਕਦਾ ਹੈਗਾ। ਅਨਲੱਕੀਲੀ ਜੇ ਗ੍ਰੈਂਡ ਪੈਰੈਂਟਸ ਕੋਲ ਵੀਜ਼ਾ ਨਾ ਹੁੰਦਾ ਤੇ ਫਿਰ ਬਹੁਤ ਮੁਸ਼ਕਿਲ ਸਿਚੁਏਸ਼ਨ ਹੋ ਜਾਣੀ ਸੀ। ਫਿਰ ਨਿਆਣੇ ਨੂੰ ਇਕੱਲੇ ਕਿਵੇਂ ਟਰੈਵਲ ਕਰਨਾ ਹੋਣਾ ਸੀ। ਇਸ ਸਿਚੁਏਸ਼ਨ 'ਚ ਲੱਕੀਲੀ ਕਿਉਂਕਿ ਗ੍ਰੈਂਡ ਪੈਰੈਂਟਸ ਕੋਲ ਵੀਜ਼ਾ ਹੈਗਾ, ਕਿਉਂਕਿ ਉਹ ਇਮੀਡੀਏਟ ਫੈਮਿਲੀ ਮੈਂਬਰ ਨੇ ਕੈਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਤੇ ਉਹਦੇ ਨਾਲ ਟਰੈਵਲ ਕਰ ਸਕਦੇ ਨੇ। ਉਹ ਤੋਂ ਪਹਿਲਾਂ ਇੱਕ ਆਥੋਰਾਈਜੇਸ਼ਨ ਲੈਟਰ ਉਹਨਾਂ ਨੇ ਲੈਣਾ ਹੈਗਾ, ਕੁਆਰੰਟਾਈਨ ਪਲਾਨ ਹੋਣਾ ਚਾਹੀਦਾ, ਉਹ ਬਿਲਕੁਲ ਟਰੈਵਲ ਕਰ ਸਕਦੇ ਨੇ ਜੀ। ਸਰ 2 ਸਟੈਪ ਐਪਲੀਕੇਸ਼ਨ ਪ੍ਰੋਸੈਸ ਦੀ ਗੱਲ ਕਰ ਰਹੇ ਸੀ। ਜੇ ਸਰ ਇਹ ਇੰਨਾ ਹੀ ਪੇਚੀਦਾ ਹੈ ਫਿਰ ਇਹਦੇ ਵਿੱਚ ਐਡਮਿਸ਼ਨ ਕਿਹੜੇ ਲੈ ਸਕਦੇ ਨੇ? ਇਦੋਂ ਬੈਟਰ ਹੈ ਕਿ ਸਿੱਧਾ ਸਟੂਡੈਂਟ ਡਾਇਰੈਕਟ ਪ੍ਰੋਗਰਾਮ ਦੇ ਵਿੱਚ ਕਿਉਂ ਨਾ ਅਪਲਾਈ ਕੀਤਾ ਜਾਵੇ? ਬਿਲਕੁਲ ਤਰਨ, ਕਿਉਂਕਿ ਸਟੂਡੈਂਟ ਡਾਇਰੈਕਟ ਸਟਰੀਮ ਦੇ ਵਿੱਚ ਅਪਲਾਈ ਕਰਨ ਲਈ ਤੁਹਾਡੇ ਕੋਲ ਪੂਰੀ ਡਾਕੂਮੈਂਟੇਸ਼ਨ ਹੋਣੀ ਜ਼ਰੂਰੀ ਹੈ। ਇਹਦੇ ਬਾਰੇ ਗੱਲ ਕਰਾਂਗੇ ਜੀ। ਦਰਸ਼ਕ ਪਹਿਲਾਂ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ ਸਰ? ਬ੍ਰੈਂਪਟਨ ਤੋਂ ਮੈਮ। ਜੀ ਸਰ, ਕੀ ਸਵਾਲ ਹੈ ਤੁਹਾਡਾ? ਮੇਰਾ ਸਰ ਇਹ ਸਵਾਲ ਹੈ ਕਿ ਮੈਂ ਇੱਥੇ ਇੰਟਰਨੈਸ਼ਨਲ ਸਟੂਡੈਂਟ ਸੀ, ਮੇਰੀ ਸਟੱਡੀ ਖਤਮ ਹੋ ਗਈ, ਮੈਂ ਤੇ ਮੈਂ PNP ਲਾਉਣੀ ਹੈ ਜਿਸ ਦੇ ਵਿੱਚ ਇੰਪਲੋਇਰ ਦੀ ਸਪੋਰਟ ਹੁੰਦੀ ਆ। ਫਿਰ ਮੇਰੀ ਕੰਪਨੀ ਇੰਪਲੋਇਰ ਉਹ ਕੰਪਨੀ ਭੇਜ ਦਿੰਦਾ ਹੈ ਤਾਂ ਕਿ ਮੇਰੀ PNP ਕੈਂਸਲ ਹੋ ਸਕਦੀ ਹੈ। ਜੀ ਸਰ, ਆਪਾਂ ਟੀਵੀ ਸਕਰੀਨ ਤੇ ਆਨਸਰ ਜੀ ਬਿਲਕੁਲ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ? ਮੈਂ ਤਾਂ ਬੋਲ ਰਿਹਾ। ਹਾਂਜੀ ਸਰ ਦੱਸੋ ਕੀ ਸਵਾਲ ਹੈ ਤੁਹਾਡਾ? ਹਾਂਜੀ ਸਰ, ਕੀ ਸਵਾਲ ਹੈ ਤੁਹਾਡਾ? ਜੀ ਸਰ, ਕੀ ਸਵਾਲ ਹੈ ਤੁਹਾਡਾ? ਆਪਣਾ ਸਵਾਲ ਰੱਖੋ। ਮੇਰਾ ਸਵਾਲ ਹੈ मेरा PR मुझे सारा पिछला मैं सुपरवाइजर है जो रिटर्न एक्टर हो सकते। ਸਰ ਤੁਹਾਡਾ ਆਵਾਜ਼ ਬਿਲਕੁਲ ਵੀ ਕਲੀਅਰ ਨਹੀਂ ਆ ਰਹੀ ਹੈਗੀ। ਤੁਸੀਂ ਪਲੀਜ਼ ਦੁਬਾਰਾ ਕਾਲ ਕਰ ਸਕਦੇ ਹੋ ਕਿਉਂਕਿ ਤੁਹਾਡੀ ਆਵਾਜ਼ ਸਾਨੂੰ ਬਿਲਕੁਲ ਵੀ ਸੁਣਾਈ ਨਹੀਂ ਦੇ ਰਹੀ। ਸਰ ਇਸ ਤੋਂ ਪਹਿਲਾਂ ਅਸੀਂ ਇਹਨਾਂ ਦੇ ਸਵਾਲ ਦਾ ਜਵਾਬ ਦੇ ਜਿਨ੍ਹਾਂ ਨੇ ਬ੍ਰੈਂਪਟਨ ਤੋਂ ਕਾਲ ਕੀਤੀ ਸੀ ਕਿ PNP ਲਗਾਉਣੀ ਹੈ ਜੇ EMPLOYER ਵੇਚ ਦਿੰਦਾ ਕੰਪਨੀ ਦਾ। ਜੀ ਬਿਲਕੁਲ, ਇਹਦੇ ਬਾਰੇ ਸਵਾਲ ਦਾ ਜਵਾਬ ਦੇਵਾਂਗੇ। ਪਰ ਇੱਕ ਕਾਲਰ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ? ਜੀ ਸਰ ਤੋਂ ਬੋਲ ਰਹੇ ਹਾਂ ਜੀ। ਜੀ ਸਰ ਦੱਸੋ ਕੀ ਸਵਾਲ ਹੈ ਤੁਹਾਡਾ? ਸਵਾਲ ਆਇਆ ਸਿਸਟਰ ਹੁਣੀ ਆਏ ਹੋਏ ਨੇ ਕਿ ਇੱਥੇ ਉਹਨਾਂ ਦਾ ਅਪਲਾਈ ਕੀਤਾ ਸੀ ਮੈਡੀਕੇਅਰ ਦਾ ਦਸੰਬਰ ਦੇ ਐਂਡ ਦੇ ਵਿੱਚ ਤੇ ਉਹਦਾ ਕੋਈ ਕੁਝ ਰਿਜ਼ਲਟ ਵਗੈਰਾ ਨਹੀਂ ਆਇਆ ਹੈਗਾ ਕਿ ਅਜੇ ਤੱਕ। ਤੇ ਉਹ ਵਿਜ਼ਟਰ ਵੀ ਆਏ ਸੀ, ਐਕਸਟੈਂਡ ਵੀ ਕਰਾ ਲਿਆ, ਬੱਚੇ ਵੀ ਨੇ ਉਹਨਾਂ ਦੇ ਨਾਲ
ਤੇ ਉਹਨਾਂ ਦਾ ਵੀ ਐਕਸਟੈਂਡ ਹੋ ਰਿਹਾ। ਕੁਝ ਇਹ ਪੁੱਛਣਾ ਚਾਹੁੰਦੇ ਸੀ ਆਪਣਾ ਵੀ ਕੋਈ ਕਦੋਂ ਕੁ ਤੱਕ ਹੋ ਸਕਦਾ ਜੀ, ਕੋਈ ਪੋਸੀਬਲ ਹੋਵੇ ਕੁਝ, ਕੋਈ ਪਤਾ ਲੱਗ ਸਕੇ ਵੀ ਕੀ ਹੋ ਸਕਦਾ ਜੀ ਕੀ ਨਹੀਂ ਹੋ ਸਕਦਾ। ਆਪਾਂ ਟੀਵੀ ਸਕਰੀਨ ਤੇ ਆਂਸਰ ਦੇ ਜੀ, ਤੁਸੀਂ ਨਹੀਂ ਦਵਾ ਸਕਦੇ ਜੀ। ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਹੈਲੋ ਹਾਂਜੀ ਮੈਡਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ ਬ੍ਰੈਂਪਟਨ ਤੋਂ ਬੋਲ ਰਹੇ ਹਾਂ ਜੀ। ਪਤਾ ਕਰਨਾ ਸੀਗਾ, ਨੈਨੀ ਦਾ ਕੇਸ ਲਗਾਇਆ ਹੋਇਆ ਜੀ ਜਨਵਰੀ ਦਾ, ਤੇ ਉਸ ਤੋਂ ਬਾਅਦ ਸਾਨੂੰ ਕੋਈ ਇਨਫੋਰਮੇਸ਼ਨ ਵਗੈਰਾ, ਕੋਈ ਐਕਨੋਲੇਜਮੈਂਟ ਵਗੈਰਾ ਕੁਛ ਨਹੀਂ ਆਇਆ ਹੈਗਾ। ਤੇ ਉਹ ਅਸੀਂ ਕਾਫੀ ਦੇਰ ਦੇ ਵੇਟ ਕਰਦੇ ਹਾਂ, ਸਾਨੂੰ ਉਹਦੇ ਬਾਰੇ ਦੱਸਿਆ ਜਾਵੇ ਕਿ ਕੁਛ ਉਹਦੇ ਬਾਰੇ ਕਿੰਨਾ ਟਾਈਮ ਪ੍ਰੋਸੈਸਿੰਗ ਹੈਗੀ ਆ ਉਹਦੀ, ਕਦੋਂ ਪਰਮਿਟ ਵਗੈਰਾ ਆਏਗਾ ਤੇ ਕਿੰਨੀ ਪ੍ਰੋਸੈਸਿੰਗ ਵਗੈਰਾ। ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਆਪਾਂ ਸਵਾਲਾਂ ਦੇ ਜਵਾਬ ਦੇਣਾ ਸ਼ੁਰੂ ਕਰੀਏ। ਲਾਸਟ ਕਾਲ ਇਸ ਵਕਤ ਲੈ ਰਹੇ ਹਾਂ, ਇਸ ਤੋਂ ਬਾਅਦ ਅਸੀਂ ਕੁਝ ਸਮੇਂ ਲਈ ਕਾਲਸ ਹੋਲਡ ਕਰਾਂਗੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਬ੍ਰੈਂਪਟਨ ਤੋਂ ਬੋਲਦੇ ਪਏ ਹਾਂ। ਆਊਟਲੈਂਡ ਸਪਾਊਸਲ ਐਪਲੀਕੇਸ਼ਨਸ ਬਾਰੇ ਪੁੱਛਣਾ ਸੀ। ਲਾਈਕ ਇਮੀਗ੍ਰੇਸ਼ਨ ਉਹ ਪ੍ਰੋਸੈਸ ਕਰ ਰਹੇ ਨੇ ਫਾਈਲਸ, ਲਾਈਕ ਅਪਲਾਈ ਕਰ ਸਕਦੇ ਹਾਂ ਹੁਣ ਇਹ ਫਾਈਲਸ? ਜੀ ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਆਪਾਂ ਸਵਾਲਾਂ ਦੇ ਜਵਾਬ ਦੇਣਾ ਸ਼ੁਰੂ ਕਰੀਏ ਤਾਂ ਬ੍ਰੈਂਪਟਨ ਤੋਂ ਜਿਨ੍ਹਾਂ ਦੀ ਕਾਲ ਆਈ ਸੀ ਪੀਐਨਪੀ ਦੇ ਬਾਰੇ ਚ ਪੁੱਛਣਾ ਚਾਹੁੰਦੇ ਸੀ। ਬਿਲਕੁਲ ਜੀ। ਉੱਥੇ ਜਿਹੜਾ ਉਹਦਾ ਸਵਾਲ ਐਕਚੁਅਲੀ 2 prong ਹੈਗਾ। ਤਾਂ ਉਹਨੇ ਪਹਿਲਾ ਸਵਾਲ ਇਹ ਕੀਤਾ ਸੀ ਕਿ ਉਹਨਾਂ ਦਾ ਜਿਹੜਾ ਇੰਪਲੋਇਰ ਹੈ ਉਹ ਕੰਪਨੀ ਵੇਚ ਦਿੰਦਾ। ਸੋ ਐਕਚੁਅਲੀ ਉਹ ਪਰਸਨ ਲਈ ਤਾਂ ਨੌਕਰੀ ਨਹੀਂ ਕਰ ਰਹੇ, ਉਹ ਤਾਂ ਕਿਸੇ ਕਾਰਪੋਰੇਸ਼ਨ ਲਈ ਨੌਕਰੀ ਕਰ ਰਹੇ ਨੇ। ਸੋ ਇੰਡੀਵਿਜੂਅਲ ਹੈ ਕਿ ਐਜ਼ ਸੱਚ ਆਪਣੀ ਕਾਰਪੋਰੇਸ਼ਨ ਨੂੰ ਟ੍ਰਾਂਸਫਰ ਕਰਦਾ ਤਾਂ ਕਾਰਪੋਰੇਸ਼ਨ ਦੇ ਇੰਪਲੋਈ ਨੇ, ਉਹ ਇੰਡੀਵਿਜੂਅਲ ਦੇ ਇੰਪਲੋਈ ਨਹੀਂ, ਤਾਂ ਉਹਨਾਂ ਤੇ ਕੋਈ ਅਸਰ ਨਹੀਂ ਪਊਗਾ। ਤੇ ਦੂਜਾ, ਜੇ ਉਹ ਇੱਕ ਕਾਰਪੋਰੇਸ਼ਨ ਦੇ ਇੰਪਲੋਈ ਨੇ ਤੇ ਇੱਕ ਦੂਜੀ ਨਵੀਂ ਕਾਰਪੋਰੇਸ਼ਨ ਉਹਨੂੰ ਖਰੀਦ ਲੈਂਦੀ ਹੈ ਤਾਂ ਫਿਰ ਉਹ ਕਾਮਯਾਬ ਨਹੀਂ ਹੋ ਗਏ, ਕਿਉਂਕਿ ਉਹ ਉਸ ਕਾਰਪੋਰੇਸ਼ਨ ਦੇ ਇੰਪਲੋਈ ਸੀਗੇ। ਸੋ ਇਹਦੇ 'ਚ ਦੇਖਣਾ ਇਹ ਪੈਣਾ ਹੈਗਾ ਕਿ ਉਹ ਜਿਹੜਾ ਸੈਲਿੰਗ ਟ੍ਰਾਂਜੈਕਸ਼ਨ ਹੈ ਉਹ ਕਿਸ ਤਰੀਕੇ ਨਾਲ ਹੋਇਆ। ਜੇ ਤਾਂ ਉਸ ਕੰਪਨੀ ਨੂੰ ਹੀ ਟੇਕ ਓਵਰ ਕਰ ਲਿਆ ਹੈਗਾ ਤਾਂ ਫਿਰ ਤਾਂ ਸਟਿਲ ਉਹਦੇ ਇੰਪਲੋਈ ਨੇ ਕੋਈ ਅਸਰ ਨਹੀਂ ਪਊਗਾ। ਪਰ ਜੇ ਨਵੇਂ ਕਾਰਪੋਰੇਸ਼ਨ ਨੇ ਉਸ ਬਿਜ਼ਨਸ ਨੂੰ ਟੇਕ ਓਵਰ ਕਰ ਲਿਆ ਜਾਂ ਉਹਦੇ ਸ਼ੇਅਰ ਸੈੱਲ ਹੋਏ ਨੇ, ਉਹ ਸਰਕਮਸਟੈਂਸਿਸ ਕੀ ਨੇ, ਉਹ ਤੋਂ ਬਾਅਦ ਇਹਨਾਂ ਦੇ ਸਵਾਲ ਦਾ ਸਹੀ ਜਵਾਬ ਦਿੱਤਾ ਜਾ ਸਕਦਾ ਕਿ ਉਹ ਅਸਰ ਹੋਊਗਾ ਜਾਂ ਉਹ ਅਸਰ ਨਹੀਂ ਹੋਊਗਾ। ਜਿਸ ਤੋਂ ਬਾਅਦ ਸੀ ਕਾਲਰ ਦੀ ਕਾਲ ਆਈ ਸੀ ਕਿ ਉਹਨਾਂ ਨੇ ਆਪਣੀ ਸਿਸਟਰ ਦਾ ਨੈਨੀ ਬੇਸ ਤੇ ਅਪਲਾਈ ਕੀਤਾ ਹੋਇਆ ਸੀ ਕਿ ਦਸੰਬਰ ਐਂਡ ਤੱਕ ਲਗਾਇਆ ਹੋਇਆ ਸੀ, ਅਜੇ ਤੱਕ ਕੋਈ ਰਿਜ਼ਲਟ ਨਹੀਂ ਆਇਆ। ਉਹਨਾਂ ਦਾ ਵਿਜ਼ਟਰ ਵੀਜ਼ਾ ਤੇ ਉਹ ਤੇ ਉਹਨਾਂ ਦੇ ਬੱਚੇ ਆਏ ਹੋਏ ਨੇ, ਐਕਸਟੈਂਡ ਕਰ ਰਹੇ ਨੇ ਬਾਰ-ਬਾਰ, ਤੇ ਬੱਚਿਆਂ ਨੂੰ ਐਡਮਿਸ਼ਨ ਦਵਾਈ ਜਾ ਸਕਦੀ ਹੈ ਇੱਥੇ? ਨਹੀਂ ਜੀ, ਕਿਉਂਕਿ ਉਹਨਾਂ ਦੇ ਪੈਰੈਂਟ ਕੈਨੇਡਾ ਦੇ ਵਿੱਚੋਂ ਪ੍ਰੈਜ਼ੈਂਟ ਹੈਗੇ ਨੇ। ਸੋ ਕੋਈ ਵੀ ਚਾਈਲਡ ਹੈ ਜਿਹੜਾ 18 ਤੋਂ ਥੱਲੇ ਹੈ ਤੇ ਉਹਦੇ ਪੈਰੈਂਟ ਕੈਨੇਡਾ 'ਚ ਪ੍ਰੈਜ਼ੈਂਟ ਨਹੀਂ ਹੈਗੇ, ਕੋਈ ਵੀ ਚਾਹੇ ਵਿਜ਼ਿਟਰ ਆਇਆ ਚਾਈਲਡ ਹੋ ਤੇ ਉਹਦੇ ਪੈਰੈਂਟ ਕੈਨੇਡਾ 'ਚੋਂ ਪ੍ਰੈਜ਼ੈਂਟ ਨਹੀਂ, ਹਾਂਜੀ ਉਹ ਪੜ੍ਹਨ ਜਾ ਸਕਦਾ, ਉਹਨੂੰ ਸਟੱਡੀ ਪਰਮਿਟ ਮਿਲ ਸਕਦਾ, 18 ਤੋਂ ਥੱਲੇ ਹੋਣਾ ਚਾਹੀਦਾ। ਪਰ ਜਿਹੜਾ ਜਿਹਦੇ ਪੈਰੈਂਟਸ ਕੈਨੇਡਾ 'ਚੋਂ ਪ੍ਰੈਜ਼ੈਂਟ ਹੈਗੇ ਨੇ ਉਹਨੂੰ ਇਹ ਸਿਰਫ ਵਰਕਰ ਜਾਂ ਸਟੂਡੈਂਟ ਦੇ ਬੱਚਿਆਂ ਨੂੰ ਹੀ ਇਹ ਪਰਮਿਟ ਮਿਲ ਸਕਦਾ। ਹੁਣ ਟੈਕਨੀਕਲੀ ਉਹਨਾਂ ਨੇ ਦਸੰਬਰ 'ਚ ਅਪਲਾਈ ਕੀਤਾ, ਬਹੁਤ ਡਿਲੇਡ ਪ੍ਰੋਸੀਜਰ ਹੈਗਾ। ਸੋ ਦਸੰਬਰ ਐਪਲੀਕੇਸ਼ਨਸ ਦਾ ਵੀ ਹਾਲੇ ਐਕਨੋਲੇਜਮੈਂਟ ਨਹੀਂ ਆਇਆ ਹੈਗਾ। ਸੋ ਇੱਕ ਹੋਰ ਕਾਲਰ ਨੇ ਜਵਾਬ ਕੀਤਾ ਸੀਗਾ। ਉਹਦੇ 'ਚ ਜਿੰਨਾ ਚਿਰ ਉਹ ਪ੍ਰੋਸੈਸ ਨਹੀਂ ਹੁੰਦਾ ਉਨਾ ਚਿਰ ਉਹਨਾਂ ਨੂੰ ਇੰਤਜ਼ਾਰ ਕਰਨਾ ਪੈਣਾ ਹੈਗਾ। ਦੂਜਾ, ਉਹ ਜਾ ਕੇ ਬਾਰਡਰ ਤੇ ਜਦੋਂ ਉਹਨਾਂ ਨੇ ਐਪਲੀਕੇਸ਼ਨ ਦਸੰਬਰ 'ਚ ਕੀਤੀ ਸੀ, ਉਹ ਬਾਰਡਰ ਤੇ ਵੀ ਜਾ ਕੇ ਆਪਣਾ ਪਰਮਿਟ ਹੈ ਜਿਹੜਾ ਉਹ ਲੈ ਸਕਦੇ ਸੀਗੇ, ਕਿਉਂਕਿ ਇਹ LMI ਐਗਜ਼ੈਂਪਟ ਵਰਕ ਪਰਮਿਟ ਹੈਗਾ। ਕਿਉਂਕਿ ਜਿਹੜੀਆਂ ਕੇਅਰ ਗਿਵਰ ਦੀਆਂ ਐਪਲੀਕੇਸ਼ਨਸ ਨੇ LMI ਐਗਜ਼ੈਂਪਟ ਹੈਗੀਆਂ, ਇਹਦੇ 'ਚ ਕੋਈ LMI ਦੀ ਜ਼ਰੂਰਤ ਨਹੀਂ ਹੈਗੀ ਹੈ। ਤੇ ਦੂਜਾ, ਇਹ ਆਕਿਊਪੇਸ਼ਨ ਸਪੈਸੀਫਿਕ ਨੇ। ਸੋ ਜੇ ਉਹਨਾਂ ਨੂੰ ਕੰਮ ਕਰਨ ਵਾਲਾ ਕੋਈ ਇੰਡੀਵਿਜੂਅਲ ਸੀ, ਉਹ ਬਾਰਡਰ ਤੇ ਜਾ ਕੇ ਆਪਣਾ ਵਰਕ ਪਰਮਿਟ ਹੈ ਜਿਹੜਾ ਉਹ ਲੈ ਸਕਦੇ ਸੀ। ਹੁਣ ਵੀ ਜੇ ਉਹਨਾਂ ਦਾ ਵਿਜ਼ਿਟਰ ਵੀਜ਼ਾ ਜਿਹੜਾ ਪਰਮਿਟ ਵੈਲਿਡ ਹੈਗਾ, ਇੰਪਲੋਇਰ ਉਹਨਾਂ ਕੋਲ ਹੈਗਾ, ਕਿਉਂਕਿ ਇਹ LMI ਐਗਜ਼ੈਂਪਟ ਹੈ, ਉਹ ਬਾਰਡਰ ਤੇ ਜਾ ਕੇ ਆਪਦਾ ਵਰਕ ਪਰਮਿਟ ਲੈ ਸਕਦੇ ਆ। ਮੈਂ ਇੱਥੇ ਤੁਹਾਨੂੰ ਪੁੱਛਣਾ ਚਾਹਾਂਗੀ, ਕਿਉਂਕਿ ਲਾਸਟ ਟਾਈਮ ਵੀ ਆਪਾਂ ਇਸ ਬਾਰੇ ਗੱਲ ਕੀਤੀ ਸੀ ਕਿ ਬਾਰਡਰਸ ਓਪਨ ਹੋ ਚੁੱਕੇ ਆ ਵਰਕ ਪਰਮਿਟ ਦੇ ਲਈ, ਤੇ ਲਾਸਟ ਟਾਈਮ ਵੀ ਇਸ ਤੋਂ ਬਾਅਦ ਇਮੀਗ੍ਰੇਸ਼ਨ ਐਂਡ ਕੈਨੇਡਾ ਸਿਟੀਜ਼ਨਸ਼ਿਪ ਵੱਲੋਂ ਇੱਕ ਅਪਡੇਸ਼ਨ ਪਾਈ ਗਈ ਸੀ, ਰਿਮਾਈਂਡਰ ਪਾਇਆ ਗਿਆ ਸੀ, ਜਿਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਯੂ ਕੈਨ ਨਾਟ ਟਰੈਵਲ ਫਰਮ ਇਨਸਾਈਡ ਕੈਨੇਡਾ ਟੂ ਅਪਲਾਈ ਫॉर ਅ ਵੀਜ਼ਾ ਔਰ ਪਰਮਿਟ ਐਟ ਦਾ ਪੋਰਟ ਆਫ ਐਂਟਰੀ। ਸੋ ਮਤਲਬ ਕਿ ਤੁਸੀਂ ਉੱਥੇ ਜਾ ਕੇ ਤੁਸੀਂ ਵਰਕ ਪਰਮਿਟ ਲਈ ਅਪਲਾਈ ਕਰ ਨਹੀਂ ਸਕਦੇ ਹੈਗੇ। ਇੱਥੇ 2 ਡਿਫਰੈਂਟ ਡਿਪਾਰਟਮੈਂਟਸ ਦੀ ਆਪਾਂ ਗੱਲ ਕਰ ਰਹੇ ਹਾਂ ਤਰਨ। ਇਮੀਗ੍ਰੇਸ਼ਨ ਮਹਿਕਮਾ ਜਿਹੜਾ ਉਹ, ਕਿਉਂਕਿ ਟਰੈਵਲ ਰਿਸਟ੍ਰਿਕਸ਼ਨਸ ਇਮੀਗ੍ਰੇਸ਼ਨ ਮਹਿਕਮੇ ਨੇ ਲਾਈਆਂ ਹੋਈਆਂ ਹੈਗੀਆਂ। ਜਿਹੜੀ ਐਗਜ਼ੈਂਪਸ਼ਨ ਦਿੱਤੀ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦਿੱਤੀ ਹੈ। ਇਹ ਵੀ ਸਾਰੇ ਬਾਰਡਰਸ ਤੇ ਨਹੀਂ ਹੈਗੀ ਹੈ ਤੇ ਸਾਰੇ ਸਮਿਆਂ ਲਈ ਨਹੀਂ। ਸੋ ਸਪੈਸੀਫਿਕ ਪੋਸਟ ਦੇ ਉੱਤੇ ਸਪੈਸੀਫਿਕ ਟਾਈਮ ਪੀਰੀਅਡ ਦੇ ਦੌਰਾਨ ਹੀ ਤੁਸੀਂ ਇਹ ਕਾਰਵਾਈ ਕਰ ਸਕਦੇ ਹੋ। ਜੇ ਤੁਸੀਂ ਫਰਾਈਡੇ ਨੂੰ ਚਲੇ ਜਾਓਗੇ ਬਿਲਕੁਲ ਨਹੀਂ ਮਿਲੂਗਾ ਜੀ। ਸੋ ਉਹਦੇ ਲਈ ਸਪੈਸੀਫਿਕ ਟਾਈਮਸ ਹੈਗੇ ਨੇ, ਉਦੋਂ ਹੀ ਜਾ ਕੇ ਤੁਸੀਂ ਕਰ ਸਕਦੇ ਹੋ। ਬਿਲਕੁਲ ਜੀ। ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ ਸਾਡੇ ਨਾਲ। ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ ਮੈਮ ਪਲੀਜ਼ ਆਪਣੇ ਟੀਵੀ ਸਕਰੀਨ ਦੀ ਆਵਾਜ਼ ਨੂੰ ਪਿੱਛੋਂ ਥੋੜਾ ਘੱਟ ਕਰ ਦਿਓ ਡਿਸਟਰਬੈਂਸ ਬਹੁਤ ਆ ਰਹੀ ਹੈ ਕੱਟ ਕਰੋ ਜੀ ਮੈਮ ਹਾਂਜੀ ਮੈਮ ਕੀ ਸਵਾਲ ਹੈ ਤੁਹਾਡਾ ਇਹ ਪੁੱਛਣਾ ਵਾ ਕਿ ਅਸੀਂ ਸੁਪਰ ਵੀਜ਼ੇ ਤੇ ਆ ਨਾ ਸਾਡਾ ਨਵੰਬਰ ਨੂੰ ਸਾਡਾ ਖਤਮ ਹੋਣਾ ਵਾ ਸੁਪਰ ਵੀਜ਼ੇ ਦਾ ਜੀ ਜੀ ਇੱਥੇ ਵੱਧ ਜੂਗਾ ਇਹ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ ਇੱਕ ਕਾਲਰ ਹੋਰ ਅਸੀਂ ਉਹਨਾਂ ਦਾ ਕੁਐਸਚਨ ਲੈ ਲਈਏ ਹੈਲੋ ਹਾਂਜੀ ਸਰ ਕਿੱਥੋਂ ਬੋਲ ਰਹੇ ਹੋ ਬਿਲਕੁਲ ਬੋਲਦਾ ਜੀ ਹਾਂਜੀ ਸਰ ਕੀ ਪੁੱਛਣਾ ਚਾਹੁੰਦੇ ਹੋ ਮੇਰਾ ਸਵਾਲ ਹੈ ਮੈਂ 17 ਦਾ ਕਲੀਅਰ ਹੋਇਆ ਸੀ ਮੈਂ ਪਿੱਛੇ ਸੁਪਰਵਾਈਜ਼ਰ ਆਉਂਦੇ 2-3-4 ਸਾਲ ਰਹਿ ਗਏ ਵਿੱਚ ਉਹਦਾ ਐਂਟਰ ਸਾਲ ਨਹੀਂ ਹੁੰਦਾ ਸੀ ਟਾਈਮ ਸਰ ਮੈਨੂੰ ਸਮਝ ਨਹੀਂ ਆਇਆ ਤੁਹਾਨੂੰ ਸਮਝ ਮੈਨੂੰ ਵੀ ਨਹੀਂ ਸਵਾਲ ਸਮਝ ਆਇਆ ਅਸੀਂ ਮਾਫੀ ਚਾਹਾਂਗੇ ਸਰ ਤੁਹਾਡੀ ਆਵਾਜ਼ ਬਿਲਕੁਲ ਤੁਸੀਂ ਬਿਲਕੁਲ ਸਲੋ ਬੋਲੋ ਥੋੜਾ ਜਿਹਾ ਉੱਚੀ ਬੋਲੋ ਥੋੜਾ ਜਿਹਾ ਮੈਂ ਪੀਆਰ ਤੇ ਹੈਗਾ ਬੇਟਾ 18 ਦਾ ਜੀ ਤੇ ਮੈਂ ਪਹਿਲਾਂ ਸੁਪਰਵਾਈਜ਼ਰ ਰਿਹਾ 3 ਸਾਲ ਜੀ ਉਹ ਟਾਈਮ ਵਿੱਚ ਜਸ ਹੋ ਸਕਦਾ ਹਾਂਜੀ ਬਿਲਕੁਲ ਮੈਂ ਸਵਾਲ ਤੇ ਆਨਸਰ ਸੁਣ ਸਕਦੇ ਹੋ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਕਿਹਾ ਸੀ ਕਿ ਆਊਟਲੈਂਡ ਸਪਾਊਸਸ ਕੇਸਿਸ ਜਿਹੜੇ ਨੇ ਐਪਲੀਕੇਸ਼ਨਸ ਪ੍ਰੋਸੈਸ ਹੋ ਰਹੀਆਂ ਨੇ ਕਿ ਨਹੀਂ ਹਾਂਜੀ ਇਹ ਆਲਵੇਜ਼ ਹੀ ਪ੍ਰੋਸੈਸ ਹੋ ਰਹੀਆਂ ਸੀ ਤੁਸੀਂ ਆਲਵੇਜ਼ ਹੀ ਆਪਦਾ ਕੇਸ ਹੈ ਜਿਹੜਾ ਅਪਲਾਈ ਕਰ ਸਕਦੇ ਸੀਗੇ ਸੋ ਕਦੇ ਵੀ ਇਹ ਬੰਦ ਨਹੀਂ ਹੋਇਆ ਸੀ ਰਾਦਰ ਕਿ ਹੁਣ ਵੀ ਐਪਲੀਕੇਸ਼ਨਸ ਪ੍ਰੋਸੈਸ ਹੁੰਦੀਆਂ ਨੇ ਤੇ ਲੋਕਾਂ ਨੂੰ ਜਿਹੜੇ ਉਹਨਾਂ ਦਾ ਵੀਜ਼ਾ ਉਹ ਮਿਲਦਾ ਹੈਗਾ ਪਰ ਉਹਦੇ ਤੇ ਸਰਕਾਰ ਨੇ ਰਾਦਰ ਛੋਟਾਂ ਬਹੁਤ ਸਾਰੀਆਂ ਇਹਦੇ ਤੇ ਦਿੱਤੀਆਂ ਸੀ ਸਭ ਤੋਂ ਪਹਿਲੀ ਛੋਟ ਤਾਂ ਇਹ ਸੀ ਕਿ ਜੇ ਤੁਹਾਡੇ ਕੋਲ ਕਾਗਜ਼ ਪੂਰੇ ਨਹੀਂ ਹੈਗੇ ਤੁਸੀਂ ਤਾਂ ਵੀ ਐਪਲੀਕੇਸ਼ਨ ਲਾ ਸਕਦੇ ਹੋ ਹੁਣ ਜਿਵੇਂ ਤੁਹਾਨੂੰ ਕੋਈ ਪੁਲਿਸ ਕਲੀਅਰੈਂਸ ਚਾਹੀਦੀ ਹੈ ਜਾਂ ਤੁਹਾਨੂੰ ਕੋਈ ਹੋਰ ਕਾਗਜ਼ ਚਾਹੀਦਾ ਜਿਹੜਾ ਸਰਕਾਰੀ ਦਫ਼ਤਰ ਚੋਂ ਮਿਲਣਾ ਹੈ ਪਰ ਉਹ ਦਫ਼ਤਰ ਬੰਦ ਹੋਣ ਕਰਕੇ ਤੁਹਾਨੂੰ ਨਹੀਂ ਮਿਲ ਰਿਹਾ ਤਾਂ ਤੁਹਾਨੂੰ ਇੰਤਜ਼ਾਰ ਕਰਨ ਦੀ ਲੋੜ ਨਹੀਂ ਤੁਹਾਡਾ ਕੇਸ ਹੈ ਜਿਹੜਾ ਉਹ ਦਾਖਲ ਕਦੇ ਵੀ ਹੋ ਸਕਦਾ ਹੈ ਸੋ ਜੇ ਅਧੂਰੇ ਕਾਗਜ਼ ਵੀ ਨੇ ਤਾਂ ਵੀ ਤੁਸੀਂ ਐਪਲੀਕੇਸ਼ਨ ਪ੍ਰੋਸੈਸ ਕਰ ਸਕਦੇ ਹੋ ਤੇ ਦੂਜਾ ਤੁਹਾਡੀ ਐਪਲੀਕੇਸ਼ਨ ਨੂੰ ਇਸ ਕਰਕੇ ਰਿਫਿਊਜ਼ ਨਹੀਂ ਕੀਤਾ ਜਾਊਗਾ ਕਿ ਕਾਗਜ਼ਾਂ ਦੀ ਕਮੀ ਹੈਗੀ ਹੈ ਨਾ ਹੀ ਤੁਹਾਡੀ ਅਰਜ਼ੀ ਨੂੰ ਵਾਪਸ ਕੀਤਾ ਜਾਊਗਾ ਕਿ ਤੁਸੀਂ ਪੂਰੇ ਕਾਗਜ਼ ਹੋ ਸੋ ਇਹ ਕੋਵਿਡ ਸਿਚੁਏਸ਼ਨ ਕਰਕੇ ਸਰਕਾਰ ਨੇ ਲੋਕਾਂ ਦੀ ਬਹੁਤ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਕਾਫੀ ਉਹਨਾਂ 'ਚ ਚੇਂਜਸ ਕੀਤੀਆਂ ਨੇ ਤਾਂ ਕਿ ਕਿਤੇ ਲੋਕ ਇਹ ਨਾ ਹੋਵੇ ਕਿ ਕਾਗਜ਼ ਪੂਰੇ ਨਹੀਂ ਆਪਦੀ ਅਰਜ਼ੀ ਉਹ ਨਾ ਲਾ ਸਕਣ ਖਾਸ ਕਰਕੇ ਸਪਾਊਸਲ ਕੇਸਿਸ ਦੇ ਉੱਤੇ ਜੇ ਤੁਹਾਡੇ ਕੋਲ ਕਾਗਜ਼ ਪੂਰੇ ਨਹੀਂ ਤੁਸੀਂ ਕਦੇ ਵੀ ਆਪਦੀ ਅਰਜ਼ੀ ਹੈ ਜਿਹੜੀ ਉਹ ਲਾ ਸਕਦੇ ਆ ਤੇ ਉਹਦਾ ਕੇਸ ਹੈ ਬਿਲਕੁਲ ਪ੍ਰੋਸੈਸ ਕੀਤਾ ਜਾਊਗਾ ਜੀ ਬ੍ਰੈਂਪਟਨ ਤੋਂ ਕਾਲ ਸੀ ਉਹਨਾਂ ਨੇ ਕਿਹਾ ਸੀ ਕਿ ਉਹ ਇੱਥੇ ਆਏ ਹੋਏ ਨੇ ਸੁਪਰ ਵੀਜ਼ਾ ਦੇ ਉੱਤੇ ਨਵੰਬਰ ਦੇ ਵਿੱਚ ਖਤਮ ਹੋ ਰਿਹਾ ਕਿ ਇਸ ਨੂੰ ਦੁਬਾਰਾ ਐਕਸਟੈਂਡ ਕਰ ਸਕਦੇ ਅਪਲਾਈ ਕਰ ਸਕਦੇ ਹਾਂਜੀ ਬਿਲਕੁਲ ਕਰ ਸਕਦੇ ਆ ਜੀ ਰਾਦਰ ਕੇ ਹੁਣ ਇੱਕ ਹੋਰ ਛੋਟ ਵੀ ਜਿਹੜੀ ਦਿੱਤੀ ਗਈ ਹੈ ਉਹ ਛੋਟ ਇਹ ਦਿੱਤੀ ਹੈ ਕਿ ਜਿਹੜੇ ਲੋਕਾਂ ਦੇ ਸਟੇਟਸ ਐਕਸਪਾਇਰ ਹੋ ਰਿਹਾ ਸੀ 30 ਜਨਵਰੀ 2020 ਤੋਂ ਉਹ 31 ਦਸੰਬਰ 2020 ਤੱਕ ਕਦੇ ਵੀ ਆਪਣੇ ਸਟੇਟਸ ਨੂੰ ਜਿਹੜਾ ਰਿਸਟੋਰ ਕਰ ਸਕਦੇ ਨੇ ਸੋ ਜੇ ਤੁਹਾਡਾ ਜਨਵਰੀ 30 ਤੋਂ ਬਾਅਦ ਕਦੇ ਵੀ ਸਟੇਟਸ ਐਕਸਪਾਇਰ ਹੋਇਆ ਸੀ ਤਾਂ ਤੁਹਾਡੇ ਕੋਲ 31 ਦਸੰਬਰ ਦਾ ਟਾਈਮ ਹੈ ਉਹ ਤੋਂ ਪਹਿਲਾਂ ਵੀ ਤੁਸੀਂ ਕਦੇ ਵੀ ਆਪਣੀ ਅਰਜ਼ੀ ਕਰ ਸਕਦੇ ਹੋ ਇਹ ਵੀ ਬਹੁਤ ਲੋਕਾਂ ਨੂੰ ਰਾਹਤ ਹੈ ਜੀ ਕਿਉਂਕਿ ਮਾਰਚ ਦੇ ਵਿੱਚੋਂ ਜਦੋਂ ਬਹੁਤ ਸਾਰੇ ਦਫ਼ਤਰ ਬੰਦ ਹੋ ਗਏ ਸੀ ਤੇ ਇੰਡੀਵਿਜੂਅਲਸ ਕੋਲ ਆਪਦਾ ਐਕਸਟੈਂਡ ਕਰਾਉਣ ਲਈ ਰਿਸੋਰਸਿਸ ਨਹੀਂ ਸੀ ਤੇ ਲੋਕਾਂ ਨੂੰ ਆਖਿਆ ਗਿਆ ਸੀ ਉਹ ਆਪਣੇ ਘਰੇ ਬੈਠਣ ਸੋ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਘਰੇ ਬੈਠਣ ਤੇ ਉਸ ਤੋਂ ਬਾਅਦ ਉਹਨੂੰ ਪੀਨਲਾਈਜ਼ ਕਰ ਰਹੀ ਹੈ ਕਿ ਤੁਸੀਂ ਆਪਦਾ ਸਟੇਟਸ ਹੈ ਜਿਹੜਾ ਉਹ ਐਕਸਟੈਂਡ ਨਹੀਂ ਕਰਾਇਆ ਸੋ ਇਸੇ ਕਰਕੇ ਛੋਟ ਦਿੱਤੀ ਗਈ ਹੈ ਕਿ ਜੇ 30 ਜਨਵਰੀ ਤੋਂ ਬਾਅਦ ਤੁਹਾਡਾ ਸਟੇਟਸ ਕਦੇ ਵੀ ਐਕਸਪਾਇਰ ਹੋਇਆ ਤੁਸੀਂ 31 ਦਸੰਬਰ 2020 ਤੱਕ ਉਹਨੂੰ ਰਿਸਟੋਰ ਹੈ ਜਿਹੜਾ ਉਹ ਕਰ ਸਕਦੇ ਹੋ ਹਾਂਜੀ ਸੋ ਇੱਥੇ ਬੈਠੇ ਬੈਠਣ ਦਾ ਤੁਹਾਡਾ ਐਕਸਟੈਂਡ ਹੋ ਜਾਊਗਾ ਜੀ ਨੈਕਸਟ ਸੀ ਹੈਮਿਲਟਨ ਤੋਂ ਕਾਲ ਆਈ ਸੀ ਸਰ ਦੀ ਕਿ ਉਹਨਾਂ ਨੂੰ 2018 ਚ ਪੀਆਰ ਮਿਲੀ ਸੀ ਤੁਹਾਨੂੰ ਸਵਾਲ ਸਮਝ ਆ ਗਿਆ ਬਿਲਕੁਲ ਸੋ ਐਕਚੁਅਲੀ ਉਹਨਾਂ ਦਾ ਜਿਹੜਾ ਸਵਾਲ ਹੈਗਾ ਉਹ ਸਿਟੀਜ਼ਨਸ਼ਿਪ ਦੇ ਉੱਤੇ ਸਵਾਲ ਸੀ ਉਹਨਾਂ 2018 ਚੋਂ ਪੀਆਰ ਹੋਏ ਨੇ ਤੇ ਉਹ ਚਾਹੁੰਦੇ ਸੀ ਕਿ ਜਿਹੜਾ ਸਮਾਂ ਉਹਨਾਂ ਨੇ ਪਹਿਲਾਂ ਗੁਜ਼ਾਰਿਆ ਐਜ਼ ਅ ਵਿਜ਼ਿਟਰ ਕੈਨੇਡਾ ਦੇ ਵਿੱਚੋਂ ਉਹ ਉਹਦੇ ਵਿੱਚੋਂ ਐਡ ਹੋ ਸਕਦਾ ਨਹੀਂ ਹੋ ਸਕਦਾ ਹਾਂਜੀ ਉਹ ਬਿਲਕੁਲ ਐਡ ਹੋ ਸਕਦਾ ਹੈ ਉਹ ਵੱਧ ਤੋਂ ਵੱਧ 1 ਸਾਲ ਐਡ ਹੋ ਸਕਦਾ ਹੈਗਾ ਸੋ 3 ਸਾਲ ਦੀ ਰਿਕੁਆਇਰਮੈਂਟ 1 ਸਾਲ ਐਡ ਹੋ ਜਾਊਗਾ ਤੇ ਦੂਜਾ ਟਾਈਮ ਐਂਡ ਹਾਫ ਹੋਊਗਾ ਸੋ ਜੇ ਤੁਸੀਂ 2 ਸਾਲ ਰਹੇ ਹੋ ਤਾਂ 1 ਸਾਲ ਮੰਨਿਆ ਜਾਊਗਾ 3 ਸਾਲ ਰਹੇ ਹੋ ਤਾਂ ਵੀ ਇੱਕੋ ਸਾਲ ਮੰਨਿਆ ਜਾਣਾ 1 ਸਾਲ ਤੋਂ ਵੱਧ ਨਹੀਂ ਹੋ ਸਕਦਾ ਤੇ ਟਾਈਮ ਐਂਡ ਹਾਫ ਹੋ ਜੇ ਤੁਸੀਂ 6 ਮਹੀਨੇ ਰਹੇ ਹੋ ਤਾਂ 3 ਮਹੀਨੇ ਮੰਨੇ ਜਾਣਗੇ ਜੇ ਤੁਸੀਂ 9 ਮਹੀਨੇ ਰਹੇ ਹੋ ਤਾਂ 4.5 ਮਹੀਨੇ ਮੰਨੇ ਜਾਣਗੇ ਜੀ ਇੱਕ ਦਰਸ਼ਕ ਸਾਡੇ ਨਾਲ ਹੋਰ ਜੁੜ ਗਏ ਨੇ ਸ਼ਾਇਦ ਉਹਨਾਂ ਦਾ ਫੋਨ ਡਿਸਕਨੈਕਟ ਹੋ ਗਿਆ ਸੀ ਮਾਫੀ ਚਾਹਾਂਗੇ ਸਰ ਜਿਵੇਂ ਤੁਸੀਂ ਦੱਸਿਆ ਕਿ ਹੋ ਸਕਦਾ ਇਹਨਾਂ ਦਾ ਟਾਈਮ ਕਾਊਂਟ ਹੋ ਸਕਦਾ ਬਿਲਕੁਲ ਜੀ ਪਰ ਉਹਦੇ ਚ ਇਹਨਾਂ ਕੋਲ ਸਬੂਤ ਚਾਹੀਦੇ ਨੇ ਕਿ ਉਹ ਇੱਥੇ ਪ੍ਰੈਜ਼ੈਂਟ ਸੀਗੇ ਕੈਨੇਡਾ ਦੇ ਵਿੱਚੋਂ ਤੇ ਦੂਜਾ ਇਹਦੇ ਨਾਲ ਟਾਈਮ ਐਂਡ ਹਾਫ ਹੋ ਸਕਦਾ ਸੋ ਜੇ 1 ਸਾਲ ਸੀ ਤਾਂ 6 ਮਹੀਨੇ ਨੇ ਜੇ 2 ਸਾਲ ਰਹੇ ਸੀ ਤਾਂ ਉਹ 1 ਸਾਲ ਸੋ ਜੇ ਇਹਨਾਂ ਨੂੰ 2018 ਚ ਮਿਲੀ ਸੀ ਹੁਣ ਇਹਨਾਂ ਦੇ 2 ਸਾਲ ਪੂਰੇ ਹੋ ਰਹੇ ਨੇ ਉਹ ਤੋਂ ਪਹਿਲਾਂ ਜੇ 2 ਸਾਲ ਰਹੇ ਸੀ ਤਾਂ ਇਹ ਹੁਣ ਵੀ ਐਲੀਜੀਬਲ ਨੇ ਆਪਦੀ ਅਰਜ਼ੀ ਲਾਉਣ ਸਿਟੀਜ਼ਨਸ਼ਿਪ ਅਰਜ਼ੀ ਲਾਉਣ ਲਈ ਜੀ ਬਿਲਕੁਲ ਤੇ ਸਰ ਹੁਣ ਸਮਾਂ ਵੀ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ ਤੇ 2 ਸਟੈਪ ਐਪਲੀਕੇਸ਼ਨ ਪ੍ਰੋਸੈਸ ਦੇ ਬਾਰੇ ਬਰੀਫ ਦੇ ਵਿੱਚ ਕੁਝ ਕਹਿਣਾ ਚਾਹੋਗੇ ਹਾਂਜੀ ਸੋ ਮੈਂ ਫਿਰ ਰੀਇਟਰੇਟ ਕਰਦਾ ਇਹ ਉਹੀ ਲੋਕ ਐਪਲੀਕੇਸ਼ਨ ਫਾਈਲ ਕਰਨ 2 ਸਟੈਪ ਵਾਲੀ ਜਿਹੜੇ ਕਿ ਉਹਨਾਂ ਨੂੰ ਵਿਸ਼ਵਾਸ ਹੈਗਾ ਕਿ ਉਹ ਆਨਲਾਈਨ ਪੜ੍ਹਾਈ ਕਰਕੇ ਆਪਦੀ
ਪਾਸ ਹੋ ਜਾਣਗੇ ਤੇ ਦੂਜਾ ਉਹ ਬਾਕੀ ਰਿਕੁਆਇਰਮੈਂਟਸ ਨੂੰ ਪੂਰੀਆਂ ਕਰਨਗੇ। ਜੇ ਉਹ ਇਦਾਂ ਨਹੀਂ ਕਰ ਸਕਣਗੇ ਤਾਂ ਉਹ ਐਪਲੀਕੇਸ਼ਨ ਨਾ ਫਾਈਲ ਕਰਨ। ਇੱਕ ਹੋਰ ਛੋਟ ਇਹਦੇ 'ਚ ਦਿੱਤੀ ਗਈ ਹੈ ਤਰਨੋ ਹੈਗੀ ਹੈ ਕਿ ਜੇ ਆਨਲਾਈਨ ਪੜ੍ਹਾਈ ਹੈਗੀ ਹੈ ਤੇ ਤੁਹਾਨੂੰ 18 ਮਾਰਚ ਤੋਂ ਬਾਅਦ ਵੀਜ਼ਾ ਮਿਲਿਆ ਸਟੂਡੈਂਟ ਦਾ ਤਾਂ ਉਹ ਸਟੂਡੈਂਟ ਟਰੈਵਲ ਰਿਸਟ੍ਰਿਕਸ਼ਨ ਥੱਲੇ ਆਉਂਦੇ ਨੇ। ਪਰ ਜੇ ਤੁਹਾਡੇ ਦੇਸ਼ ਦੇ ਵਿੱਚੋਂ ਇੰਟਰਨੈਟ ਸੁਵਿਧਾ ਸਹੀ ਨਹੀਂ ਹੈਗੀ ਹੈ, ਸੋ ਬੈਂਡਵਿਡਥ ਦੀ ਕੋਈ ਪ੍ਰੋਬਲਮ ਹੈ ਕਿਉਂਕਿ ਆਨਲਾਈਨ ਪੜ੍ਹਾਈ ਕਰਨ ਲਈ ਇੰਟਰਨੈਟ ਚਾਹੀਦਾ, ਤਾਂ ਵੀ ਤੁਹਾਨੂੰ ਇੱਕ ਛੋਟ ਦਿੱਤੀ ਗਈ ਹੈ। ਤੇ ਜੇ ਤੁਸੀਂ ਇਹ ਪ੍ਰੂਵ ਕਰ ਦਿੰਦੇ ਹੋ ਕਿ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਆਨਲਾਈਨ ਪੜ੍ਹਾਈ ਕਰਨ ਦੀ ਕਾਬਲੀਅਤ ਨਹੀਂ ਹੈਗੀ ਹੈ, ਤਾਂ ਵੀ ਤੁਹਾਨੂੰ ਰਿਸਟ੍ਰਿਕਸ਼ਨ ਤੋਂ ਐਗਜ਼ੈਂਪਸ਼ਨ ਹੈ, ਤੁਸੀਂ ਆ ਸਕਦੇ ਹੋ। ਜੀ ਬਿਲਕੁਲ। ਇੱਕ ਦਰਸ਼ਕ ਸਾਡੇ ਜੁੜ ਗਏ ਨੇ ਹੋਰ ਸਾਡੇ ਨਾਲ। ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਅਸੀਂ ਖਹਿਰਾ ਸਾਹਿਬ ਨੂੰ ਪੁੱਛਣਾ ਸੀ ਜੀ, ਸਾਡੇ ਬੇਟੇ ਦਾ ਵਿਆਹ ਹੋਇਆ ਸੀ ਦਸੰਬਰ ਦੇ ਵਿੱਚ 2018 ਚ, ਤੇ ਉਹਦਾ ਬਹੂ ਦਾ ਮਤਲਬ ਹੋ ਗਿਆ ਮੈਡੀਕਲ ਵੀ ਹੋਇਆ ਮਾਰਚ ਦਾ, ਤੇ ਅਜੇ ਤੱਕ ਕੋਈ ਮਤਲਬ ਗਾਂ ਨਹੀਂ ਕੋਈ ਪ੍ਰੋਸੈਸ ਅਜੇ ਚੱਲਦਾ ਉਹਦਾ ਪਤਾ ਲੱਗਦਾ ਹੈਗਾ। ਐਪਲੀਕੇਸ਼ਨ ਕਦੋਂ ਕੀਤੀ ਸੀ ਜੀ ਉਹਨਾਂ ਨੇ? ਐਪਲੀਕੇਸ਼ਨ ਕਦੋਂ ਕੀਤੀ ਸੀ? ਅਪ੍ਰੈਲ ਦੇ ਵਿੱਚ ਕੀਤੀ ਹੈ ਜੀ। ਅਪ੍ਰੈਲ 2019 ਦੇ ਵਿੱਚ? 2019 ਚ ਜੀ, ਅਪ੍ਰੈਲ 2019 ਚ ਜੀ। ਓਕੇ। ਤੇ ਉਹਨਾਂ ਦਾ ਆਪਸ 'ਚ ਉਮਰ ਦਾ ਬਹੁਤਾ ਫਰਕ ਤਾਂ ਨਹੀਂ, ਪਹਿਲਾਂ ਡਾਈਵੋਰਸ ਤਾਂ ਨਹੀਂ ਹੋਇਆ? ਕਿੰਨੀਆਂ ਚੀਜ਼ਾਂ ਮੈਟਰ ਕਰਨਗੀਆਂ ਜੀ? ਕਿਉਂਕਿ ਇਹ ਥੋੜੀ ਬਹੁਤ ਡਾਈਵੋਰਸ ਵੀ ਨਹੀਂ ਹੈਗਾ ਉਹਦਾ, ਤੇ ਇੱਥੇ ਦਾ ਸਿਟੀਜ਼ਨ ਵੀ ਹੈ ਕੈਨੇਡਾ ਦਾ, ਤੇ ਬਾਕੀ ਪਹਿਲੀ ਫਸਟ ਮੈਰਿਜ ਹੈ ਉਹਦੀ। ਜੀ ਬਿਲਕੁਲ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਿਉਂਕਿ ਇੱਥੇ ਮੈਨੂੰ ਤੁਹਾਨੂੰ ਬਹੁਤ ਸਾਰੇ ਸਵਾਲ ਪੁੱਛਣੇ ਪੈਣੇ ਆ, ਤੁਹਾਡੀ ਬਹੁਤ ਸਾਰੀ ਪ੍ਰਾਈਵੇਟ ਇਨਫੋਰਮੇਸ਼ਨ ਹੋਊਗੀ ਜੀ। ਜੀ ਇੱਕ ਮਿੰਟ ਸਰ ਹੋਲਡ ਕਰਿਓ ਪਲੀਜ਼। ਇਸ ਲਈ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਸਾਡੇ ਆਫਿਸ ਕਾਲ ਕਰ ਲੈਣ ਜੀ, ਉਹ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਕਰਕੇ ਸਾਰੀ ਸਿਚੁਏਸ਼ਨ ਨੂੰ ਸਮਝਿਆ ਜਾ ਸਕਦਾ ਹੈਗਾ। ਕਿਉਂਕਿ ਮੈਂ ਜੇ ਇੱਥੇ ਸਵਾਲ ਹੈ ਜੇ ਪੁੱਛਣੇ ਸ਼ੁਰੂ ਕਰਤੇ ਹੋ ਥੋੜੀ ਪ੍ਰਾਈਵੇਸੀ ਨੂੰ ਬਹੁਤ ਕੰਸਰਨ ਹੋਊਗਾ, ਇਸ ਲਈ ਕਿਉਂਕਿ ਉਹ ਥੋੜੀ ਪ੍ਰਾਈਵੇਟ ਇਨਫੋਰਮੇਸ਼ਨ ਹੈ, ਇਸ ਲਈ ਮੈਂ ਉਹ ਸਵਾਲ ਤੁਹਾਨੂੰ ਪੁੱਛਣਾ ਨਹੀਂ ਚਾਹੁੰਦਾ ਜੀ। ਜੀ ਬਿਲਕੁਲ। ਇੱਕ ਹੋਰ ਦਰਸ਼ਕ ਜੁੜ ਗਏ ਨੇ। ਹੈਲੋ ਹੈਲੋ ਸਰ, ਪਲੀਜ਼ ਆਪਣੀ ਟੀਵੀ ਸਕਰੀਨ ਦੀ ਆਵਾਜ਼ ਨੂੰ ਘੱਟ ਕਰ ਦਿਓ। ਅੱਛਾ ਜੀ। ਜੀ ਜੀ ਸਰ, ਕਿੱਥੋਂ ਬੋਲ ਰਹੇ ਹੋ ਤੁਸੀਂ? ਮੈਂ ਵੀ ਨਹੀਂ ਪੈਕ ਤੋਂ ਬੋਲ ਰਿਹਾ ਜੀ ਸਰ, ਕੀ ਸਵਾਲ ਹੈ ਤੁਹਾਡਾ? ਜੀ ਮੇਰਾ ਸਵਾਲ ਇਹ ਵੇ ਕਿ ਮੈਂ ਇੱਕ ਲੜਕੀ ਦੇ ਤੌਰ ਤੇ ਇੱਕ ਚਰਚ ਦੇ ਨਾਲ ਕੰਮ ਕਰ ਰਿਹਾ ਹਾਂ, ਵਾਲੰਟੀਅਰ ਦੇ ਤੌਰ ਤੇ ਜੀ। ਆਇਆ ਮੈਂ ਕੋਈ ਮਤਲਬ ਪਰਮਾਨੈਂਟ ਰੈਜ਼ੀਡੈਂਸ ਲਈ ਕਿਸੇ ਤਰੀਕੇ ਨਾਲ ਅਪਲਾਈ ਕਰ ਸਕਦਾ? ਸਰ ਆਪਾਂ ਕੁਝ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਹਾਂਜੀ, ਤੁਸੀਂ ਜੋ ਵਾਲੰਟੀਅਰ ਦੇ ਤੌਰ ਤੇ ਕੰਮ ਕਰ ਰਹੇ ਹੋ ਤੁਹਾਨੂੰ ਸੈਕਸ਼ਨ 186 ਦੇ ਥੱਲੇ ਐਗਜ਼ੈਂਪਸ਼ਨ ਦੇ ਤੌਰ ਤੇ ਜਿਹੜਾ ਵਰਕ ਪਰਮਿਟ ਮਿਲਿਆ ਹੈਗਾ। ਜੇ ਤੁਹਾਡਾ ਚਰਚ ਤੁਹਾਨੂੰ ਪਰਮਨੈਂਟ ਤੌਰ ਤੇ ਸਪਾਂਸਰ ਕਰਨਾ ਚਾਹੁੰਦਾ ਹੈਗਾ, ਹਾਂਜੀ, ਫਿਰ ਤੁਸੀਂ ਰਿਕੁਆਇਰਮੈਂਟ ਜੇ ਮੀਟ ਕਰਦੇ ਹੈ ਤੇ ਫਿਰ ਜ਼ਰੂਰ ਐਪਲੀਕੇਸ਼ਨ ਕਰ ਸਕੋਗੇ, ਪਰ ਉਹ ਤੁਹਾਡੇ ਚਰਚ ਤੇ ਡਿਪੈਂਡ ਕਰਦਾ ਕਿ ਉਹ ਤੁਹਾਨੂੰ ਅੱਗੇ ਸਪਾਂਸਰਸ਼ਿਪ ਕਰਨਾ ਚਾਹੁੰਦੇ ਆ ਜਾਂ ਨਹੀਂ ਕਰਨਾ ਚਾਹੁੰਦੇ ਆ ਜੀ। ਜੀ ਬਿਲਕੁਲ। ਤੇ ਸਰ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਗਿਆ, ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ? ਅੱਜ ਜਿਵੇਂ ਆਪਾਂ ਸ਼ੁਰੂ ਦੇ ਵਿੱਚ ਵੀ ਗੱਲ ਕੀਤੀ ਸੀ ਤਰਨ, ਕਿਉਂਕਿ ਚੇਂਜਸ ਨੇ ਜਿਹੜੀਆਂ ਉਹ ਬਹੁਤ ਜ਼ਿਆਦਾ ਤੇ ਥੋੜੇ ਸਮੇਂ ਦੇ ਵਿੱਚੋਂ ਹੋ ਰਹੀਆਂ ਨੇ, ਕਿਉਂਕਿ ਇਹ ਜਿਹੜੀ ਕੋਵਿਡ ਸਿਚੁਏਸ਼ਨ ਹੈ ਬਹੁਤ ਅਨਪ੍ਰੈਸੀਡੈਂਟਡ ਹੈਗੀ, ਇਸੇ ਕਰਕੇ ਚੇਂਜਸ ਵੀ ਬਹੁਤ ਅਨਪ੍ਰੈਸੀਡੈਂਟਡ ਨੇ, ਉਹ ਆ ਰਹੀਆਂ ਹੈਗੀਆਂ ਨੇ। ਸੋ ਜਦੋਂ ਵੀ ਤੁਸੀਂ ਕੋਈ ਵੀ ਸਲਾਹ ਲੈਣੀ ਹੈ ਇੱਕ ਕੰਪੀਟੈਂਟ ਐਡਵਾਈਸ ਜ਼ਰੂਰ ਲਓ, ਉਸ ਤੋਂ ਬਾਅਦ ਅੱਗੇ ਦੇਖੋ ਜੀ ਕੀ ਕਰਨਾ ਹੈ। ਸਰ ਇਹ ਲਾਸਟ ਦੋ ਕਾਲਸ ਕਾਫੀ ਟਾਈਮ ਤੋਂ ਹੋਲਡ ਤੇ ਸੀ, ਆਪਾਂ ਲੈ ਲਈ ਹੈ। ਬਿਲਕੁਲ। ਹੈਲੋ 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 ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੁਰਪ੍ਰੀਤ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਕਿੱਥੋਂ ਬੋਲ ਰਹੇ ਹੋ ਸਰ? ਇੱਥੇ ਜੀ ਟੋਰਾਂਟੋ ਤੋਂ ਮਿਸੀਸਾਗਾ। ਜੀ ਸਰ ਦੱਸੋ ਕੀ ਸਵਾਲ ਹੈ? ਇੱਕ ਤੇ ਜੀ ਆਪਣਾ ਮੇਰਾ ਕਜ਼ਨ ਆਇਆ ਹੋਇਆ, ਸਟੱਡੀ ਪੂਰੀ ਕਰ ਲਈ ਤੇ ਉਹ ਜਿਹੜੀ ਆਪਣੇ ਵਾਈਨਲ ਦੀ ਕਹਿੰਦੇ ਪਲੱਸ ਦੀ ਕੰਪਨੀ ਹੈ ਉਹਦੇ ਵਿੱਚ ਟੈਕਨੀਸ਼ੀਅਨ ਦੀ ਜੌਬ ਕਰਦਾ। ਜਿਹੜਾ ਪਿੱਛੇ ਜਿਹੇ ਅੰਟਾਰੀਓ ਦਾ ਪ੍ਰੋਗਰਾਮ ਆਇਆ ਸੀਗਾ 13 ਕੈਟੇਗਰੀ, ਉਹਦੇ ਵਿੱਚ ਉਹ ਐਲੀਜੀਬਲ ਹੈ ਯਾਰ? ਇੰਨੀ ਥੋੜੀ ਇਨਫੋਰਮੇਸ਼ਨ ਨਾਲ ਇਹਦਾ ਜਵਾਬ ਦੇਣਾ ਬਹੁਤ ਮੁਸ਼ਕਿਲ ਹੋਊਗਾ ਜੀ। ਉਹਦੀਆਂ ਬਹੁਤ ਸਾਰੀਆਂ ਰਿਕੁਆਇਰਮੈਂਟਸ ਹੈਗੀਆਂ ਨੇ, ਸੋ ਮੈਂ ਉਹਨੂੰ ਰਿਕੁਐਸਟ ਕਰੂੰਗਾ ਉਹ ਸਾਡੇ ਆਫਿਸ ਨੂੰ ਕਾਲ ਕਰ ਲੈਣ, ਫਿਰ ਉਹ ਤੋਂ ਬਾਅਦ ਉਹਦੀ ਅਸੈਸਮੈਂਟ ਕੀਤੀ ਜਾ ਸਕਦੀ ਹੈ। ਜੀ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ? ਅਸੀਂ ਵਰਜੀਨੀਆ ਤੋਂ ਬੋਲ ਰਹੇ ਜੀ, ਅਮਰੀਕਾ ਤੋਂ। ਜੀ ਮੈਮ ਦੱਸੋ, ਅੱਜ ਅਸੀਂ ਕੈਨੇਡਾ ਇਮੀਗ੍ਰੇਸ਼ਨ ਬਾਰੇ ਗੱਲਬਾਤ ਕਰ ਰਹੇ ਹਾਂ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਓਕੇ, ਨਹੀਂ ਤਾਂ ਫਿਰ ਮੈਂ ਮੰਡੇ ਨੂੰ ਪੁੱਛ ਸਕਦੀ ਹਾਂ। ਠੀਕ ਹੈ ਜੀ, ਬਿਲਕੁਲ ਜੀ। ਬਹੁਤ ਬਹੁਤ ਧੰਨਵਾਦ ਕਾਲ ਕਰਨ ਦੇ ਲਈ ਪ੍ਰੋਗਰਾਮ ਦੇ ਵਿੱਚ। ਤੇ ਸਰ ਇਹ ਸਾਰੇ ਸਵਾਲ ਸਨ ਜਿਹੜੇ ਸਾਡੇ ਦਰਸ਼ਕਾਂ ਨੇ, ਸਾਡੇ ਨਾਲ ਕਾਫੀ ਕਾਲਸ ਅਜੇ ਤੱਕ ਆ ਰਹੀਆਂ ਨੇ। ਲਾਸਟ ਕਾਲ ਅੱਜ ਜਿਹੜੀ ਅਸੀਂ ਲੈ ਰਹੇ ਹਾਂ। ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ?
ਮੈਂ ਇੱਥੋਂ ਬਰੈਂਪਟਨ ਤੋਂ ਬੋਲਦਾ। ਮੈਂ ਆਪਣੇ ਭਤੀਜੇ ਬਾਰੇ ਪੁੱਛਣੀ ਸੀ। ਉਹ 3 ਵਾਰੀ ਉਹਦਾ ਵਿਜ਼ਟਰ ਵੀਜ਼ਾ ਰਿਜੈਕਟ ਹੋਇਆ, ਕਿ ਉਹ ਫਾਰਮਿੰਗ ਦੇ ਫੀਲਡ ਦੇ ਵਿੱਚ ਲੈ ਸਕਦੇ, ਦੁਬਾਰਾ ਕਰ ਸਕਦਾ? ਤਾਂ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਚਾਹੀਦਾ ਜੀ ਉਹਨਾਂ ਦਾ ਵਿਜ਼ਟਰ ਵੀਜ਼ਾ ਕਿਉਂ ਰਿਫਿਊਜ਼ ਹੋ ਰਿਹਾ ਹੈਗਾ, ਉਹਦੇ ਲਈ ਐਕਸੈਸ ਹਾਂਜੀ ਕਾਰਨ ਇਹ ਸੀਗਾ, ਕਹਿੰਦੇ ਵੀ ਉਹਨਾਂ ਨੇ ਕਰਕੇ ਪੁੱਛਿਆ ਸੀਗਾ, ਉਹ ਕਹਿੰਦੇ ਵੀ ਉਹ ਵਾਲਾ ਆਪਣਾ ਤੁਸੀਂ ਨਹੀਂ ਆਉਣਾ ਇੱਥੇ, ਪੱਕਾ ਤੌਰ ਤੇ ਆਉਣਾ ਚਾਹੁੰਦੇ ਆ, ਇਸ ਕਰਕੇ ਤੁਹਾਨੂੰ ਨਹੀਂ ਦਿੰਦੇ ਪਏ। ਇਹ ਵਾਲਾ ਕਾਰਨ ਉਹਨਾਂ ਨੇ ਦੱਸਿਆ ਸੀ ਜਦੋਂ ਉਹਨਾਂ ਨੂੰ ਕਾਲ ਪੁੱਛਿਆ ਸੀਗਾ। ਆਪਾਂ ਟੀਵੀ ਸਕਰੀਨ ਤੇ ਸਕਦੇ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਜਿਹੜੀ ਉਹ ਚਿੱਠੀ ਤੇ ਲਿਖਿਆ ਤੁਸੀਂ ਵਾਪਸ ਨਹੀਂ ਆਉਣਾ, ਉਹ ਕਾਨੂੰਨ ਲਿਖਿਆ ਹੈਗਾ, ਉਹ ਸੈਕਸ਼ਨ 179B ਲਿਖਿਆ ਹੈ। ਇਹ ਬੰਦਾ ਸੈਕਸ਼ਨ 179B ਦੀਆਂ ਰਿਕੁਆਇਰਮੈਂਟਸ ਨਹੀਂ ਪੂਰੀਆਂ ਕਰਦੇ ਨੇ, ਵਾਪਸ ਨਹੀਂ ਆਉਣਾ। ਪਰ ਕਾਰਨ ਵਾਪਸ ਕਿਉਂ ਨਹੀਂ ਆਉਣਾ, ਸਵਾਲ ਸਭ ਤੋਂ ਵੱਡਾ ਇਹ ਹੈਗਾ। ਉਹਦੇ ਲਈ ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ ਹੈਗਾ, ਉਹਦੇ ਥੱਲੇ ਪਟੀਸ਼ਨ ਕੀਤੀ ਜਾ ਸਕਦੀ ਹੈ। ਤੇ ਫਿਰ ਜਦੋਂ ਪੂਰੇ ਇਮੀਗ੍ਰੇਸ਼ਨ ਨੇ ਰੀਜ਼ਨਸ ਫॉर द ਡਿਸੀਜਨ ਪ੍ਰੋਵਾਈਡ ਕੀਤੇ, ਉਹ ਤੋਂ ਬਾਅਦ ਹੀ ਅਸੈਸਮੈਂਟ ਕੀਤੀ ਜਾ ਸਕਦੀ ਹੈ ਉਹ ਹੋਰ ਕਿਹੜੇ ਪ੍ਰੋਗਰਾਮ ਲਈ ਐਲੀਜੀਬਲ ਹੈਗੇ ਆ ਜੀ। ਜੀ ਬਿਲਕੁਲ ਸਰ, ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਆਉਣ ਲਈ ਤੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ। ਸ਼ੁਕਰੀਆ ਜੀ। ਸੋ ਦੋਸਤੋ, ਇਸੇ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਫਿਲਹਾਲ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ। 6 ਤੋਂ ਲੈ ਕੇ 7 ਵਜੇ ਤੱਕ ਹਾਜ਼ਰ ਹੋਵਾਂਗੇ ਲੈ ਕੇ ਨਿਊਜ਼ ਐਂਡ ਵਿਊਜ਼। ਸਤਿ ਸ਼੍ਰੀ ਅਕਾਲ।